ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सत्कारयोग सन्मानयोग सतगुरां दे परम प्यार च परोती होई गुरु रंग च रंगी होई गुरु खालसा साध संगत जियो धनता दे पात्र हो। नौवें पातशाह श्री गुरु तेग बहादुर साहब जी महाराज जी दे पावन पवित्र चरण छोह प्राप्त इतिहासक स्थान गुरुद्वारा श्री दुख निवारण साहब जी दे पावन पवित्र सचखंड दरबार अंदर श्री गुरु ग्रंथ साहब जी महाराज जी की पवित्र हजूरी अंदर निता प्रति हाजरियां भर के कलगीधर पंथ दे वाली चिट्टियां बाजां वाले शमशेरे बहादुर देग और तेग के धनी नासरो मनसूर गुरु गोबिंद सिंह एजदी मंजूर गुरु गोबिंद सिंह हाकरा गंजोर गुरु गोबिंद सिंह जुमला फैज़े नूर गुरु गोबिंद सिंह। ऐसे दीन दयाल सतगुरु श्री गुरु गोबिंद सिंह साहब जी महाराज जी का पवित्र पावन इतिहास बहुत ही शरधा भावनाद सत्कार सहित आप जी सरवण कर रहे। श्री आनंदपुर साहब का जंग हो रहा है। राजा केसरी चंद राजे भीम चंद के कहण ते बड़ी वड्डी फौज लैके हमला करके आया है। दूजे पासे गुजरां ते रंगड़ां दी सारी वहीर नूं सारी छेड़ नूं अपने नाल लैके जमतुल्ले भाऊ ने हमला किया। गह गच लड़ाई हुई है, घमासान जंग होया। पहला बंदूकां दीयां गोलियां दगदियां रहीआं, उपरंत तीर चले ने साहबजादा बाबा अजीत सिंह जी, भाई साहब भाई उदय सिंह जी वर्गे सूरमे बड़ी वीरता नाल सूरवीरता नाल लड़ रहे हैं। जमतुल्ला भाऊ जो ਸਿੰਘਾਂ ਦਾ ਨੁਕਸਾਨ ਕਰਦਾ ਅੱਗੇ ਵਧ ਰਿਹਾ ਸੀ। ਸਤਿਗੁਰਾਂ ਦੇ ਪੰਜਾਂ ਪਿਆਰਿਆਂ ਵਿੱਚੋਂ ਜੋ ਸਭ ਤੋਂ ਪਹਿਲਾਂ ਮਹਾਰਾਜ ਜੀ ਨੇ ਪੰਜ ਪਿਆਰੇ ਸਾਜੇ ਨੇ, ਪੰਜ ਸੀਸ ਲੈ ਕੇ ਉਹਨਾਂ ਚੋਂ ਭਾਈ ਸਾਹਿਬ ਸਿੰਘ ਜੀ ਨੇ ਬੰਦੂਕ ਪਕੜੀ ਹੈ, ਸਿਸਤ ਬੰਨੀ ਨਿਸ਼ਾਨਾ ਲਾਇਆ, ਜਮਤੁੱਲੇ ਭਾਊ ਦੇ ਸਿਰ ਦੇ ਵਿੱਚ ਗੋਲੀ ਮਾਰੀ ਔਰ ਇਹਨੂੰ ਮਾਰ ਕੇ ਮਿੱਟੀ ਵਿੱਚ ਦੇਸ਼ ਤੋਂ ਨਾਬੂਦ ਕਰ ਦਿੱਤਾ। ਜਮਤੁੱਲੇ ਭਾਊ ਦੀ ਲੋਥ ਡਿੱਗ ਪਈ। ਗੁੱਜਰ ਰੰਗੜ ਇੱਕਦਮ ਹਾਹਾਕਾਰ ਮਚ ਗਈ ਵੀ ਲੋਥ ਚੁੱਕਣੀ ਹੈ। ਇੱਧਰ ਭਾਈ ਆਲਮ ਸਿੰਘ ਜੀ ਨੇ ਨਾਲ ਦੇ ਸਾਥੀ ਸਿੰਘਾਂ ਨੂੰ ਕਿਹਾ, ਸਿੰਘੋ ਲਾਸ਼ ਚੁੱਕਣ ਨਹੀਂ ਦੇਣੀ ਜਮਤੁੱਲੇ ਭਾਊ ਦੀ। उधर गुजर ते रंगड़ जोर ला रहे ने भी असीं अपने जरनैल दी, साडा जिहड़ा आगू है जथेदार है, साडा सिपह सालार है, ओदी लोथ चक के लैके जानी है। सिंह कहंदे असीं इस लोथ नूं जाण नहीं देना। इहो जिहा घमासान जंग मच रहा है। आओ मन बिरतियां एकागर करिए। महाराज जी दे खालसे पंथ दा इतिहास, गरीब नवाज पातशाह जी दे पंथ का इतिहास, कलगीधर जी का इतिहास, महाराज जी दे सूरबीर जुझारू योधियां का इतिहास सरवण करिए। जो साडे पुरखे ने, साडे वडेरे ने, उन्हां दा इतिहास है। माण नाल गुरूर नाल सानू अपने पुरखियां दा, अपने वडेरियां दा इतिहास पढ़ना चाहिए, सुनना चाहिए, सुनाउणा चाहिए। आओ गुरु चरनां विच अपणियां हाजरियां लवाइए। एकाग्रता नाल गुरु चरनां विच हाजरी लवाउंदे आखीए जी सतनाम श्री वाहिगुरु साहिब जी, सतनाम श्री वाहिगुरु साहिब जी। दोहरा मान सिंह के पान में हो तो निशान महान। खालसा जी
ਗੁਰੂ ਪਾਤਸ਼ਾਹ ਜੀ ਦੀ ਫੌਜ ਵਿੱਚ ਜਿੱਥੇ ਨਗਾਰਚੀ ਦਾ ਰੁਤਬਾ ਹੈ, ਪੰਜਾਂ ਪਿਆਰਿਆਂ ਦਾ ਰੁਤਬਾ ਹੈ, ਉੱਥੇ ਗੁਰੂ ਘਰ ਦੇ ਵਿੱਚ ਨਿਸ਼ਾਨਚੀ ਦਾ ਵੀ ਰੁਤਬਾ ਹੈ। ਅੱਜ ਵੀ ਦਲਾਂ ਪੰਥਾਂ ਵਿੱਚ ਬਕਾਇਦਾ ਨਿਸ਼ਾਨਚੀ ਸਿੰਘ ਮੌਜੂਦ ਹੁੰਦੇ ਹਨ, ਜਾਂ ਜਦੋਂ ਨਗਰ ਕੀਰਤਨ ਆਪਾਂ ਪ੍ਰਾਰੰਭ ਕਰਦੇ ਹਾਂ, ਕੱਢਦੇ ਹਾਂ, ਤਾਂ ਨਗਰ ਕੀਰਤਨ ਦੇ ਵਿੱਚ ਵੀ ਜਿੱਥੇ ਪੰਜ ਪਿਆਰੇ ਸਹਿਬਾਨ ਹੁੰਦੇ ਨੇ, ਉੱਥੇ ਨਾਲ ਪੰਜ ਨਿਸ਼ਾਨਚੀ ਵੀ ਹੁੰਦੇ। ਤੋ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨਿਸ਼ਾਨਚੀ ਸਨ ਭਾਈ ਸਾਹਿਬ ਭਾਈ ਮਾਨ ਸਿੰਘ ਜੀ। ਭਾਈ ਮਾਨ ਸਿੰਘ ਇਹੋ ਜਿਹੇ ਸੂਰਮੇ ਨੇ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਦੇ ਨੇਤਰਾਂ ਵਿੱਚੋਂ ਇਹਨਾਂ ਦੀ ਸ਼ਹਾਦਤ ਵੇਲੇ ਪਾਣੀ ਸਿੰਬ ਕੇ ਬਾਹਰ ਆਇਆ ਸੀ। ਆਖਿਆ ਸੀ, ਨਹੀਂ ਜੰਮਣਾ ਮਾਨ ਸਿੰਘ ਵਰਗਾ ਦੂਜਾ। ਚਮਕੌਰ ਦੀ ਗੜੀ ਵਿੱਚੋਂ ਜਿਹੜੇ ਤਿੰਨ ਸਿੰਘ ਮਹਾਰਾਜ ਜੀ ਨਾਲ ਲੈ ਕੇ ਨਿਕਲੇ ਸਨ, ਉਹਨਾਂ ਚੋਂ ਇੱਕ ਭਾਈ ਮਾਨ ਸਿੰਘ ਨਿਸ਼ਾਨਚੀ ਸਨ ਕਲਗੀਧਰ। ਭਾਈ ਮਾਨ ਸਿੰਘ ਜੀ ਫਰਲੇ ਵਾਲੇ, ਅੱਗੇ ਕਥਾ ਆਵੇਗੀ ਕਿ ਜਿਹੜਾ ਫਰਲਾ ਹੁੰਦਾ ਨਿਹੰਗ ਸਿੰਘਾਂ ਦੇ ਸੀਸ ਦੇ ਉੱਤੇ, ਇਹ ਨਿਸ਼ਾਨ ਸਾਹਿਬ ਹੈ। ਸਭ ਤੋਂ ਪਹਿਲਾ ਫਰਲਾ ਜਿਹੜਾ ਹੈ ਉਹ ਕਲਗੀਧਰ ਜੀ ਨੇ ਭਾਈ ਮਾਨ ਸਿੰਘ ਨੂੰ ਬਖਸ਼ਿਆ ਸੀ। ਤੋ ਭਾਈ ਮਾਨ ਸਿੰਘ ਜੀ ਜੋ ਨਿਸ਼ਾਨਚੀ ਨੇ ਗੁਰੂ ਸਾਹਿਬ ਜੀ ਦੇ, ਉਹਨਾਂ ਦੇ ਹੱਥ ਦੇ ਵਿੱਚ ਨਿਸ਼ਾਨ ਸਾਹਿਬ ਹੈ। ਵਧਿਓ ਅਗਰ ਤੈਂ ਲੋਥ ਟਿਗ, ਪਰਨ ਲੱਗਿਓ ਕਮਸਾਨ। ਭਾਈ ਮਾਨ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਵੱਧ ਕੇ ਗਏ। ਜਿੱਥੇ ਜਮਤੁੱਲੇ ਭਾਊ ਦੀ ਲਾਸ਼ ਪਈ ਸੀ ਨਾ, ਲਾਸ਼ ਤੋਂ ਵੱਧ ਕੇ ਅੱਗੇ ਜਾ ਕੇ ਨਿਸ਼ਾਨ ਥੱਲੇ ਗੱਡ ਦਿੱਤਾ ਜ਼ਮੀਨ 'ਚ, ਵੀ ਇਸ ਨਿਸ਼ਾਨ ਤੋਂ ਅੱਗੇ ਨਹੀਂ ਆਉਣ ਦੇਣਾ ਦੁਸ਼ਮਣ ਦੀ ਫੌਜ ਨੂੰ, ਲਾਸ਼ ਨਹੀਂ ਚੁੱਕਣ ਦੇਣੀ ਜਮਤੁੱਲੇ ਭਾਊ ਦੀ। ਨਿਸ਼ਾਨ ਦੇ ਥੱਲੇ ਸੁੰਮ ਲੱਗੀ ਹੁੰਦੀ ਹੈ, ਉਹ ਸੁੰਮ ਜਾ ਕੇ ਭਾਈ ਸਾਹਿਬ ਭਾਈ ਮਾਨ ਸਿੰਘ ਜੀ ਨੇ ਅੱਗੇ ਜਾ ਕੇ ਜ਼ਮੀਨ ਦੇ ਵਿੱਚ ਗੱਡ ਦਿੱਤੀ ਔਰ ਖਲੋ ਗਏ ਹਨ। ਜੋ ਪਈ ਸਿੰਘ ਬਹਾਦਰ ਫਾਂਦ ਤੇ ਆਏ। ਬਸ ਫੇਰ ਕੀ ਸੀ, ਜਦੋਂ ਨਿਸ਼ਾਨ ਗੱਡ ਦਿੱਤਾ, ਉਧਰ ਦੁਸ਼ਮਣਾਂ ਦੀ ਫੌਜ ਨੇ ਵੀ ਹੱਲਾ ਕੀਤਾ, ਭਿਆਨਕ ਘਮਾਸਾਨ ਜੰਗ ਮਚਣਾ ਸ਼ੁਰੂ ਹੋਇਆ। ਮਹਾਰਾਜ ਜੀ ਦੇ ਬਹਾਦਰ ਸਿੰਘ ਯੋਧੇ ਆਪਣੇ ਮੋਰਚਿਆਂ ਵਿੱਚੋਂ ਨਿਕਲ ਕੇ ਜਿੱਥੇ ਨਿਸ਼ਾਨ ਸਾਹਿਬ ਗੱਡਿਆ ਸੀ, ਉੱਥੇ ਤੱਕ ਚੱਲ ਕੇ ਅੱਗੇ ਆਏ ਹਨ ਵੱਧ ਕੇ ਲੜਨ ਲਈ। ਕਰਾ ਚੋਲ ਕਰ ਧਾਏ ਚਮਕਾਏ। ਸੂਰਮਿਆਂ ਦੇ ਹੱਥਾਂ ਵਿੱਚ ਕਰਾ ਚੋਲਾਂ, ਕਰਾ ਚੋਲ ਕਹਿੰਦੇ ਨੇ ਕਿਰਪਾਨ ਨੂੰ, ਤਲਵਾਰ ਨੂੰ, ਤੇਗ ਨੂੰ। ਸੂਰਮਿਆਂ ਯੋਧਿਆਂ ਦੇ ਹੱਥਾਂ ਦੇ ਵਿੱਚ ਤੇਗਾਂ ਚਮਕ ਰਹੀਆਂ, ਤਲਵਾਰਾਂ ਚਮਕ ਰਹੀਆਂ ਹਨ। ਤੋਮਰ ਤੀਰਨ ਤੁਰਤ ਪ੍ਰਹਾਰੇ। ਬਰਛੀਆਂ, ਤੀਰ, ਤਬਰ, ਜਿੰਨੇ ਵੀ ਸ਼ਸਤਰ ਤੇ ਅਸਤਰ ਹੁੰਦੇ ਨੇ, ਉਹ ਰਣ ਭੂਮੀ ਵਿੱਚ ਜੰਗ ਦੇ ਮੈਦਾਨ 'ਚ ਸੂਰਮੇ ਚਲਾ ਰਹੇ ਹਨ। ਭਾਊ ਸਿੰਘ ਤਾਂ ਬਹੁ ਮਾਰੇ। ਕਹਿੰਦੇ ਜਮਤੁੱਲੇ ਭਾਊ ਨੇ ਬਹੁਤ ਸਾਰੇ ਸਿੰਘਾਂ ਦਾ ਨੁਕਸਾਨ ਕੀਤਾ ਸੀ, ਬਹੁਤ ਸਾਰੇ ਸਿੰਘ ਇਹਨੇ ਸ਼ਹੀਦ ਕੀਤੇ ਸਨ। ਸਿੰਘਨ ਅਨੀਕਨੀ ਤੈ ਕਾਵਤ। ਸਿੰਘਾਂ ਨੇ ਉਸ ਵੇਲੇ ਜਮਤੁੱਲੇ ਭਾਊ ਦੀ ਜਿਹੜੀ ਫੌਜ ਅੱਗੇ ਵੱਧ ਕੇ ਆਉਂਦੀ ਹੈ, ਤਿਸ ਨੂੰ ਮਾਰਦੇ ਨੇ, ਮੁਕਾਉਂਦੇ ਨੇ। ਤੁਪਕ ਤਮਾਂਚੇ ਤੱਕ ਤੱਕ ਲਾਵਤ। ਤੁਪਕ ਬੰਦੂਕਾਂ ਚੱਲਦੀਆਂ ਨੇ ਵੱਡੀਆਂ, ਤਮਾਂਚੇ ਜਿਵੇਂ ਛੋਟੇ ਪਿਸਟਲ, ਰਿਵਾਲਵਰ ਵਗੈਰਾ ਹੁੰਦੇ ਨੇ, ਉਹਨਾਂ ਨੂੰ ਤਮੰਚਾ ਕਹਿੰਦੇ। ਉਹ ਤਮੰਚੇ ਜਿਹੜੇ ਨੇ ਜੰਗ ਦੇ ਮੈਦਾਨ ਦੇ ਵਿੱਚ ਚੱਲਦੇ ਹਨ, ਔਰ ਉਹਨਾਂ ਤਮੰਚਿਆਂ ਤੇ ਬੰਦੂਕਾਂ ਦੀਆਂ ਗੋਲੀਆਂ ਨਾਲ ਸੂਰਮੇ ਮਰ ਰਹੇ ਨੇ, ਮੁੱਕ ਰਹੇ ਨੇ। ਪਿਖ ਕਮੰਡ ਚੰਦ ਆਏ ਕਟੋਚ। ਰਾਜਾ ਕਟੋਚੀਆ ਜਿਹਦਾ ਨਾਮ ਕਮੰਡ ਚੰਦ ਹੈ, ਕਿਰਪਾਲ ਕਟੋਚੀਏ ਦਾ ਪੁੱਤਰ ਹੈ। ਇਹਨੇ ਵੇਖਿਆ ਕਿ ਸਿੰਘ ਤਾਂ ਅੱਗੇ ਆੜੇ ਨੇ, ਜਮਤੁੱਲੇ ਭਾਊ ਦੀ ਲਾਸ਼ ਨਹੀਂ ਚੁੱਕਣ ਦਿੰਦੇ, ਗੁੱਜਰਾਂ ਤੇ ਰੰਗੜਾਂ ਨੂੰ ਮਾਰ ਕੇ ਉਹਨਾਂ ਦੀ ਅਲਖ ਮੁਕਾਉਣ ਤੇ ਲੱਗੇ ਹੋਏ ਨੇ। ਉਸ ਵੇਲੇ ਕਮੰਡ ਚੰਦ ਇਹਨਾਂ ਗੁੱਜਰਾਂ ਤੇ ਰੰਗੜਾਂ ਦੀ ਮਦਦ ਵਾਸਤੇ ਅੱਗੇ ਵੱਧ ਕੇ ਆਇਆ। ਐਂਚ ਐਂਚ ਤਨ ਬਾਨਨ ਮੋਚ। ਕਮੰਡ ਚੰਦ ਆਪਣੀ ਕਮਾਨ ਦੇ ਚਿਲੇ ਤੇ ਤੀਰ ਚਾੜ ਕੇ ਚਲਾਉਂਦਾ ਹੈ। ਪ੍ਰੇਰੇ ਬਹੁ ਜੋਧਾ ਤਿਸ ਥਾਨ। ਆਪਣੇ ਨਾਲ ਦੇ ਬਹੁਤ ਸਾਰੇ ਯੋਧਿਆਂ ਨੂੰ, ਸੂਰਮਿਆਂ ਨੂੰ ਕਮੰਡ ਚੰਦ ਨੇ ਪ੍ਰੇਰਿਆ ਔਰ ਪ੍ਰੇਰ ਕੇ ਉਹਨਾਂ ਨੂੰ ਅੱਗੇ ਟੋਰਿਆ ਹੈ ਇਹਨਾਂ ਗੁਜਰਾਂ ਤੇ ਰੰਗੜਾਂ ਦੀ ਮਦਦ ਕਰਨ ਵਾਸਤੇ। ਕਹਿਓ
ਕਰੋ ਬਲ ਲਿਹੋ ਨਿਸ਼ਾਨ। ਕਹਿੰਦੇ ਆਪਣਾ ਪੂਰਾ ਬਲ ਲਾਓ ਤੇ ਬਲ ਲਾ ਕੇ ਸਿੰਘਾਂ ਦਾ ਨਿਸ਼ਾਨ ਖੋਹ ਕੇ ਲੈ ਆਓ। ਜਿਹੜਾ ਨਿਸ਼ਾਨ ਇਹਨਾਂ ਨੇ ਅੱਗੇ ਗੱਡਿਆ ਨਾ, ਕਹਿੰਦੇ ਨਿਸ਼ਾਨ ਸਾਹਿਬ ਇਹਨਾਂ ਦਾ ਖੋਹ ਕੇ ਆਪਣੇ ਕੋਲ ਲੈ ਆਓ। ਸਹਿਤ ਲੋਥ ਕੇ ਤੁਰ ਤੇ ਉਠਾਵੋ। ਕੱਲਾ ਨਿਸ਼ਾਨ ਹੀ ਨਹੀਂ ਖੋਹ ਕੇ ਲਿਆਉਣਾ ਇਹਨਾਂ ਦਾ, ਜਿਹੜੀ ਜਮਤੁੱਲੇ ਭਾਊ ਦੀ ਲਾਸ਼ ਹੈ ਉਹ ਵੀ ਉੱਥੋਂ ਚੁੱਕ ਕੇ ਲਿਆਉਣੀ ਹੈ ਵੀ ਸਾਡੀ ਅੜੀ ਹੈ। ਜੇ ਇਹਨਾਂ ਨੇ ਅੜੀ ਕੀਤੀ ਹੈ ਵੀ ਅਸੀਂ ਇਹਦੀ ਲਾਸ਼ ਚੁੱਕਣ ਨਹੀਂ ਦੇਣੀ, ਤੇ ਆਪਣੀ ਵੀ ਅੜੀ ਹੈ ਵੀ ਅਸੀਂ ਉਹ ਲਾਸ਼ ਜਮਤੁੱਲੇ ਭਾਊ ਦੀ ਚੱਕ ਕੇ ਲਿਆਉਣੀ ਹੈ। ਔਰ ਇਹਨਾਂ ਦਾ ਜਿਹੜਾ ਨਿਸ਼ਾਨ ਇਹਨਾਂ ਨੇ ਲਿਆ ਕੇ ਮੂਹਰੇ ਗੱਡਿਆ ਉਹ ਵੀ ਖੋਹ ਕੇ ਲੈ ਕੇ ਆਉਣਾ ਹੈ। ਆਵੇਂ ਵਧੇ ਮਾਰ ਉਥਲਾਵੋ। ਔਰ ਜਦੋਂ ਵੱਧ ਕੇ ਅੱਗੇ ਆਉਣਗੇ ਇਹਨਾਂ ਨੂੰ ਮਾਰ ਕੇ ਉਥਲਾ ਕੇ ਰੱਖ ਦੇਵਾਂਗੇ, ਇਹਨਾਂ ਨੂੰ ਮੁਕਾ ਕੇ ਰੱਖ ਦੇਵਾਂਗੇ। ਮਾਨ ਸਿੰਘ ਜੋਧਾ ਧਰ ਧੀਰ। ਉਸ ਵੇਲੇ ਭਾਈ ਮਾਨ ਸਿੰਘ ਜੀ ਜੋ ਗੁਰੂ ਘਰ ਦੇ ਬੜੇ ਮਹਾਨ ਯੋਧੇ ਨੇ, ਸੂਰਮੇ ਨੇ, ਬੜੇ ਧੀਰਜ ਤੇ ਠਰਮੇ ਨਾਲ ਨਿਸ਼ਾਨ ਗੱਡ ਕੇ ਖੜੇ ਹਨ। ਗਾਡਿਓ ਤਹਾਂ ਨਿਸ਼ਾਨ ਅਪੀਰ। ਔਰ ਬਿਨਾਂ ਭੈ ਤੋਂ, ਬਿਨਾਂ ਕਾਇਰਤਾ ਤੋਂ, ਯਾਨੀ ਕਿ ਸੂਰਮਿਆਂ ਵਾਂਗੂ, ਨਿਰਭੈਤਾ ਵਾਂਗੂ ਨਿਸ਼ਾਨ ਝੁਲਾਇਆ। ਆਖਿਆ ਇਹ ਜਿਹੜਾ ਜਿੱਤ ਦਾ ਨਿਸ਼ਾਨ ਕਹਿ ਸਕਦੇ ਹਾਂ, ਇਹ ਅਸੀਂ ਆਪਣੀ ਹਿੰਮਤ ਦੇ ਨਾਲ ਲਿਆ ਕੇ ਗੱਡਿਆ। ਤੁਹਾਡੇ ਵਿੱਚ ਤਾਣ ਹੈ, ਤੁਹਾਡੇ ਵਿੱਚ ਬਲ ਹੈ, ਤਾਂ ਇਸ ਨਿਸ਼ਾਨ ਨੂੰ ਲੰਘ ਕੇ ਅੱਗੇ ਆਓ। ਰਹਿਤ ਕੈਤ ਕੇ ਸਹਿਤ ਮਹਿਤ ਹੈ। ਭਾਈ ਸਾਹਿਬ ਭਾਈ ਮਾਨ ਸਿੰਘ ਜੀ ਨਿਹੰਗ ਸਿੰਘ ਬੜੇ ਸੂਰਮੇ ਸਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਰਹਿਣੀ ਬਹਿਣੀ 'ਚ ਬੜੇ ਪੱਕੇ ਵਿਵੇਕੀ ਪੁਰਖ ਸਨ, ਔਰ ਹਰ ਵੇਲੇ ਤਿਆਰ ਬਰ ਤਿਆਰ ਸ਼ਸਤਰਾਂ ਅਸਤਰਾਂ ਦੇ ਸਹਿਤ ਰਹਿੰਦੇ ਸਨ। ਸਰ ਮਾਰੇ ਜੈ ਨਿਕਟ ਲਹਿਤ। ਜਿਹੜਾ ਨੇੜੇ ਆਉਂਦਾ ਨਿਸ਼ਾਨ ਸਾਹਿਬ ਦੇ, ਭਾਈ ਮਾਨ ਸਿੰਘ ਜੀ ਆਪਣੀ ਕਮਾਨ ਦੀ ਤੰਦੀ ਤੇ ਤੀਰ ਚਾੜ ਕੇ ਚਲਾਉਂਦੇ ਐ, ਔਰ ਜਿਹੜਾ ਨੇੜੇ ਆਉਂਦਾ ਨੂੰ ਮਾਰ ਮੁਕਾਉਂਦੇ ਹਨ। ਛੇਰ ਹਜ਼ਾਰੋ ਓਰੜ ਪਰੀ। ਹਜ਼ਾਰਾਂ ਦੀ ਛੇੜ ਜਿਹੜੀ ਗੁਜਰਾਂ ਤੇ ਰੰਗੜਾਂ ਦੀ ਇਕੱਠੀ ਕੀਤੀ ਹੋਈ ਆ ਇਹਨਾਂ ਨੇ, ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਆਣ ਕੇ ਟੁੱਟ ਕੇ ਪੈ ਗਏ ਹਨ। ਹਾਏ ਹਾਏ ਕਹਿ ਮਾਰਤ ਮਰੀ। ਔਰ ਕਹਿੰਦੇ ਹਾਏ ਹਾਏ ਕਰਦਿਆਂ ਮਾਰਦੇ ਤੇ ਮਰਦੇ ਹਨ। ਕਨੇ ਢੋਲ ਗ੍ਰਾਮਨ ਕੇ ਸਾਥ। ਬਹੁਤ ਸਾਰੇ ਢੋਲ, ਬਹੁਤ ਸਾਰੇ ਨਗਾਰੇ, ਕਿਉਂਕਿ ਇਹਨਾਂ ਨੇ ਜਿਹੜੀ ਛੇੜ ਇਕੱਠੀ ਕੀਤੀ ਆ ਉਹ ਢੋਲ ਤੇ ਇਕੱਠੀ ਕੀਤੀ ਹੈ। ਇਹਨਾਂ ਦਾ ਨਿਸ਼ਾਨ ਹੈ ਵੀ ਤੁਸੀਂ ਢੋਲ ਵੱਜਣਾ ਤੇ ਸਾਰਿਆਂ ਨੇ ਹਮਲਾ ਕਰਨਾ। ਤੋ ਢੋਲ ਵਜਾ ਕੇ ਨਾ ਸਾਰਿਆਂ ਨੇ ਇਕੱਠਿਆਂ ਹੋ ਕੇ ਹਮਲਾ ਕੀਤਾ ਹੈ। ਸੇਲੇ ਸਿਪਰ ਸ਼ਕਤ ਅਸਹਾਤ। ਇਹਨਾਂ ਦੇ ਹੱਥਾਂ ਵਿੱਚ ਬਰਛੇ, ਬਰਛੀਆਂ, ਤਲਵਾਰਾਂ, ਹੋਰ ਬੇਅੰਤ ਸ਼ਸਤਰ ਤੇ ਅਸਤਰ ਹਨ। ਬਜੇ ਜ਼ੋਰ ਤੇ ਬਹੁਤ ਜੁਝਾਊ। ਔਰ ਬਹੁਤ ਜੁਝਾਊ ਵਾਜੇ, ਜੁਝਾਊ ਨਾਦ, ਜੁਝਾਊ ਸਾਜ਼ ਜਿਹੜੇ ਨੇ ਉਹ ਵੱਜੇ ਹਨ। ਸੁਨ ਸੁਨ ਫਾਂਦਤ ਆਏ ਅਗਾਊ। ਸੁਣ ਸੁਣ ਕੇ ਜਿਹੜੇ ਸੂਰਮੇ ਨੇ ਉਹਨਾਂ ਜੁਝਾਊ ਨਾਦਾਂ ਨੂੰ ਸੁਣ ਕੇ, ਨਗਾਰਿਆਂ ਦੀ ਆਵਾਜ਼, ਨਫੀਰੀਆਂ ਦੀ ਆਵਾਜ਼ ਸੁਣ ਕੇ, ਰਣ ਸਿੰਘਿਆਂ ਦੀ ਆਵਾਜ਼ ਸੁਣ ਕੇ ਜੂਝਣ ਵਾਸਤੇ ਅੱਗੇ ਵੱਧ ਕੇ ਆਉਂਦੇ ਹਨ। ਗੁਰ ਨਿਸ਼ਾਨ ਪਰ ਘਾਲੇ ਹੀਲਾ। ਜ਼ੋਰ ਪਾਉਂਦੇ ਨੇ ਜਿੱਥੇ ਸਤਿਗੁਰਾਂ ਦੇ ਘਰ ਦਾ ਨਿਸ਼ਾਨ ਸਾਹਿਬ ਲੱਗਾ ਹੈ, ਉਸ ਨਿਸ਼ਾਨ ਤੇ ਹਮਲਾ ਕਰਦੇ ਨੇ ਵੀ ਨਿਸ਼ਾਨ ਖੋਹ ਕੇ ਲੈ ਕੇ ਜਾਣਾ। ਇਹਨਾਂ ਦੇ ਨਿਸ਼ਾਨ ਨੂੰ ਪੁੱਟਣਾ ਹੈ ਜਿਹੜਾ ਇੱਥੇ ਇਹਨਾਂ ਨੇ ਰਣ ਭੂਮੀ ਦੇ ਵਿੱਚ ਗੱਡਿਆ। ਤੋ ਇਸ ਪ੍ਰਕਾਰ ਨਾਲ ਨਿਸ਼ਾਨ ਸਾਹਿਬ ਤੇ ਹਮਲਾ ਕਰਦੇ ਹਨ। ਲੇਨ ਲੋਥ ਜੁਤ ਤਉ ਦੋਹੇਲਾ। ਪਰ ਨਿਸ਼ਾਨ ਸਾਹਿਬ ਟੱਪ ਕੇ ਅੱਗੇ ਆ ਸਕਣਾ ਕੋਈ ਸੌਖੀ ਬਾਤ ਸੀ? ਜਿੱਥੇ ਭਾਈ ਮਾਨ ਸਿੰਘ ਵਰਗੇ ਸੂਰਮੇ ਬੱਜਰ ਦੇ ਕਪਾਟ ਬਣ ਕੇ ਅੱਗੇ ਖਲੋਤੇ ਨੇ, ਉਹਨਾਂ ਨੂੰ ਲੰਘ ਕੇ ਆਉਣਾ ਕਿਤੇ ਕੋਈ ਸੌਖਾ ਸੀ? ਕਹਿੰਦੇ ਭਾਈ ਮਾਨ ਸਿੰਘ ਜੀ ਔਰ ਉਹਨਾਂ ਦੇ ਨਾਲ ਦੇ ਸਾਥੀ ਸਿੰਘ ਬੜੀ ਬਹਾਦਰੀ ਨਾਲ ਇਹਨਾਂ ਗੁਜਰਾਂ ਤੇ ਰੰਗੜਾਂ ਦੇ ਹਮਲੇ ਨੂੰ ਰੋਕਦੇ ਨੇ। ਇਹਨਾਂ ਵਾਸਤੇ ਕਹਿੰਦੇ ਨਿਸ਼ਾਨ ਤਾਂ ਪੁੱਟਣਾ ਕਿਤੇ ਪਾਸੇ ਰਿਹਾ, ਜਮ ਤੁੱਲੇ ਭਾਊ ਦੀ ਲਾਸ਼ ਚੁੱਕਣੀ ਵੀ ਇਹਨਾਂ ਲਈ ਮੁਸ਼ਕਲ ਹੈ, ਔਖੀ ਹੈ। ਜੇ ਸੂਰ ਨਿਜ ਹਯਨ ਬਚਾਵੇ। ਜਿਹੜੇ ਸੂਰਮੇ ਨੇ ਆਪੋ ਆਪਣਿਆਂ ਘੋੜਿਆਂ ਨੂੰ ਬਚਾ ਕੇ ਲੜਦੇ ਹਨ। ਗੁਲਕਾਂ ਲਗੇ ਨਾ ਇਤੇ ਉਤ ਧਾਵੇ। ਕਿਤੇ ਘੋੜਿਆਂ ਨੂੰ ਗੋਲੀ ਨਾ ਵੱਜੇ,
ਇਸ ਕਰਕੇ ਘੋੜਿਆਂ ਨੂੰ ਇੱਕ ਜਗ੍ਹਾ ਤੇ ਨਹੀਂ ਖੜਾ ਕਰਕੇ ਰੱਖਦੇ, ਸੱਜੇ ਖੱਬੇ ਘੋੜਿਆਂ ਨੂੰ ਟੋਰੀ ਰੱਖਦੇ ਨੇ, ਪਊਏ ਪਾਈ ਰੱਖਦੇ ਨੇ ਕਿ ਕਿਤੇ ਇੱਕ ਜਗ੍ਹਾ ਤੇ ਖਲੋਤੇ ਤੇ ਘੋੜੇ ਤੇ ਗੋਲੀ ਨਾ ਆ ਕੇ ਵੱਜ ਜਾਏ ਜਾਂ ਕੋਈ ਤੀਰ ਆ ਕੇ ਘੋੜਾ ਜ਼ਖਮੀ ਨਾ ਹੋ ਜਾਏ। ਇਸ ਕਰਕੇ ਰਣ ਭੂਮੀ ਦੇ ਵਿੱਚ ਘੋੜਿਆਂ ਨੂੰ ਸੱਜੇ ਖੱਬੇ ਟੋਰਦੇ ਹਨ। ਸਨਮੁਖ ਹੋਏ ਨਾ ਆਵੇਂ ਸੋਏ। ਗੁੱਜਰ ਤੇ ਰੰਗੜ ਸਨਮੁਖ ਹੋ ਕੇ ਨਹੀਂ ਆਉਂਦੇ ਅੱਗੇ ਲੜਨ ਵਾਸਤੇ, ਪਿੱਛੇ ਪਿੱਛੇ ਹੀ ਆਪਣੀਆਂ ਜਾਨਾਂ ਬਚਾ ਬਚਾ ਕੇ ਲੜਦੇ ਨੇ। ਕਈ ਕਹਿੰਦੇ ਵੀ ਜਮਤੁੱਲਾ ਤਾਂ ਮਰ ਗਿਆ, ਹੁਣ ਉਹਦੀ ਲਾਸ਼ ਚੁੱਕੀਏ ਨਾ ਚੁੱਕੀਏ ਕੀ ਫਰਕ ਪੈਂਦਾ। ਕਹਿੰਦੇ ਉਹਦੇ ਨਾਲ ਕਿਤੇ ਸਾਨੂੰ ਵੀ ਨਾ ਜਾਣਾ ਪਵੇ। ਇਸ ਕਰਕੇ ਭਾਈ ਆਪਣੀਆਂ ਜਾਨਾਂ ਬਚਾ ਕੇ ਲੜੋ। ਲੱਖ ਸਰ ਗੋਰੀ ਬਰਖਾ ਹੋਏ। ਕਹਿੰਦੇ ਤੀਰਾਂ ਦੀ ਤੇ ਗੋਲੀਆਂ ਦੀ ਇੱਕ ਵਾਰੀ ਵਰਖਾ ਹੋ ਰਹੀ ਹੈ, ਮੀਂਹ ਵਰਸ ਰਿਹਾ, ਇਦਾਂ ਜਾਪਦਾ ਜਿਵੇਂ ਬੜਾ ਸੰਘਣਾ ਮੀਂਹ ਪੈਂਦਾ ਹੋਵੇ। ਜੋ ਉਤਸਾਹਤ ਆਏ ਤਵਾਵਤ। ਜਿਹੜਾ ਵੀ ਉਤਸ਼ਾਹ ਕਰਕੇ ਘੋੜੇ ਦੌੜਾ ਕੇ ਅੱਗੇ ਆਉਂਦਾ, ਤੱਕ ਗੁਲਕਾਂ ਮਾਰਤ ਉਤਲਾਵਤ। ਇਧਰ ਸਿੰਘ ਗੋਲੀ ਦਾ ਨਿਸ਼ਾਨਾ ਸਿੰਘਾਂ ਦਾ ਇਹੋ ਜਿਹਾ ਹੈ ਗੁਰੂ ਖਾਲਸਾ ਜੀ, ਸਿੰਘਾਂ ਦੇ ਗੋਲੀ ਦੇ ਨਿਸ਼ਾਨੇ ਤੇ ਤੀਰ ਦੇ ਨਿਸ਼ਾਨੇ ਦਾ ਕੋਈ ਸਾਨੀ ਨਹੀਂ ਹੈ। ਇਸ ਗੱਲੋਂ ਹੈਰਾਨ ਸਨ ਦੁਸ਼ਮਣ ਦਲ ਦੇ ਸੂਰਮੇ ਕਿ ਇਹਨਾਂ ਦਾ ਨਿਸ਼ਾਨਾ ਇੰਨਾ ਪੱਕਾ ਕਿਵੇਂ ਹੈ ਕਿ ਕਈ ਵਾਰ ਕੇਵਲ ਆਵਾਜ਼ ਸੁਣ ਕੇ ਹੀ ਗੋਲੀ ਉੱਥੇ ਮਾਰ ਦਿੰਦੇ ਨਿਸ਼ਾਨੇ ਨੂੰ, ਉੱਥੇ ਉਸੇ ਜਿੱਥੋਂ ਆਵਾਜ਼ ਆਉਂਦੀ ਉੱਥੇ ਉਸ ਨਿਸ਼ਾਨੇ ਨੂੰ ਵਿੰਨ ਕੇ ਰੱਖ ਦਿੰਦੇ ਆ। ਇਹਦਾ ਕਾਰਨ ਸੀ ਦੁਸ਼ਮਣ ਦਲ ਦੇ ਸੂਰਮਿਆਂ ਦਾ ਧਿਆਨ ਇਕਾਗਰ ਨਹੀਂ ਸੀ ਹੁੰਦਾ। ਸ਼ਰਾਬਾਂ ਪੀਣੀਆਂ, ਕਬਾਬ ਖਾਣੇ, ਐਸ਼ੋ ਪ੍ਰਸਤੀ ਵਾਲੇ ਉਹਨਾਂ ਦੇ ਜੀਵਨ ਸਨ। ਸਿੰਘਾਂ ਨੇ ਕਰੜੀ ਘਾਲਣਾ ਘਾਲਣੀ, ਜਿੱਥੇ ਸ਼ਸਤਰ ਚਲਾਉਣੇ ਉੱਥੇ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰਨਾ, ਸਾਧਨਾ ਕਰਨੀ, ਸਿਮਰਨ ਕਰਨਾ, ਜਿਹਦੇ ਨਾਲ ਇਕਾਗਰਤਾ। ਹੁਣ ਨਿਸ਼ਾਨਾ ਚਲਾਉਣ ਵਾਸਤੇ ਇਕਾਗਰਤਾ ਚਾਹੀਦੀ ਹੈ। ਜਿੰਨੀ ਇਕਾਗਰਤਾ ਵੱਧ ਹੋਵੇਗੀ ਓਨਾ ਨਿਸ਼ਾਨਾ ਵਿੰਨਿਆ ਜਾਵੇਗਾ। ਇਸ ਕਰਕੇ ਸਿੰਘਾਂ ਦੇ ਨਿਸ਼ਾਨੇ ਦਾ ਕੋਈ ਸਾਨੀ ਨਹੀਂ ਹੈ। ਜਿਹੜਾ ਵੀ ਕੋਈ ਗੁੱਜਰ ਤੇ ਰੰਗੜ ਘੋੜਾ ਦੌੜਾ ਕੇ ਉਤਸ਼ਾਹ ਕਰਕੇ ਹੌਸਲਾ ਜਿਹਾ ਕਰਕੇ ਅੱਗੇ ਆਉਂਦਾ, ਪਤਾ ਨਹੀਂ ਕਿਹੜੇ ਪਾਸਿਓਂ ਠਾਹ ਦੇ ਕੇ ਗੋਲੀ ਆਉਂਦੀ ਹੈ, ਉਹਦੀ ਛਾਤੀ ਵਿੱਚ, ਉਹਦੇ ਸਿਰ ਵਿੱਚ ਜਾਂ ਘੋੜੇ ਦੇ ਮੱਥੇ ਵਿੱਚ ਜਾ ਕੇ ਵੱਜਦੀ ਹੈ ਤੇ ਧੜਮ ਦੇ ਕੇ ਡਿੱਗ ਪੈਂਦਾ। ਜਾਂ ਤੇ ਓਰੜ ਆਏ ਪਦਾਤੀ। ਇਸ ਕਰਕੇ ਪੈਦਲ ਸੂਰਮੇ ਕਹਿੰਦੇ, ਪਦਾਤੀ ਕਹਿੰਦੇ, ਜਿਹੜੇ ਪੈਦਲ ਚੱਲ ਕੇ ਆਉਣ, ਉਹਨਾਂ ਵੇਖਿਆ ਵੀ ਘੋੜ ਸਵਾਰਾਂ ਨੂੰ ਤਾਂ ਛੱਡਦੇ ਨਹੀਂ, ਗੋਲੀ ਮਾਰ ਦਿੰਦੇ ਐ। ਤੋ ਪੈਦਲ ਜਿਹੜੇ ਨੇ ਗੁਜਰਾਂ ਰੰਗੜਾਂ ਦੇ ਵਿੱਚ ਉਹ ਚੱਲ ਕੇ ਆਉਂਦੇ ਹਨ। ਹੀਰ ਖਾਲਸੇ ਪੁੰਜ ਅਰਾਤੀ। ਇਧਰ ਖਾਲਸੇ ਨੇ ਵੇਖਿਆ ਵੀ ਬੇਅੰਤ ਦੁਸ਼ਮਣ ਪੈਦਲ ਚੜ ਕੇ ਆ ਰਹੇ ਨੇ। ਗੁਰ ਨਿਸ਼ਾਨ ਕੇ ਬਨ ਰਖਵਾਰੇ। ਜਿੰਨੇ ਸਿੰਘ ਨੇ ਸਤਿਗੁਰਾਂ ਦੇ ਨਿਸ਼ਾਨ ਦੇ ਰਖਵਾਲੇ ਬਣ ਕੇ ਖਲੋਤੇ ਨੇ ਕਿ ਇਸ ਨਿਸ਼ਾਨ ਸਾਹਿਬ ਤੱਕ ਪਹੁੰਚਣ ਲਈ ਇਹਨਾਂ ਨੂੰ ਸਾਡੀਆਂ ਲੋਥਾਂ ਟੱਪ ਕੇ ਆਉਣਾ ਪੈਣਾ। ਖਾਲਸਾ ਜੀ, ਗੁਰੂ ਘਰਾਂ ਵਿੱਚ ਝੂਲ ਦੇ ਨਿਸ਼ਾਨਾਂ ਲਈ ਇੰਨੀਆਂ ਕੁਰਬਾਨੀਆਂ ਹੋਈਆਂ ਗੁਰੂ ਖਾਲਸੇ ਦੀਆਂ। ਇਹ ਮਹਾਰਾਜ ਜੀ ਦੇ ਨਿਸ਼ਾਨ ਹਨ, ਇਹ ਖਾਲਸੇ ਰਾਜ ਦਾ ਪ੍ਰਤੀਕ ਹਨ। ਮਹਾਰਾਜ ਜੀ ਦੇ ਦਰਾਂ ਘਰਾਂ ਵਿੱਚ ਝੂਲਣ ਵਾਲੇ ਨਿਸ਼ਾਨ ਕੇਵਲ ਇਹ ਧਾਰਮਿਕ ਚਿੰਨ੍ਹ ਨਹੀਂ ਹੈ, ਇਹ ਨਿਸ਼ਾਨ ਸਾਹਿਬ ਸਾਨੂੰ ਰਾਜ ਕਰਨ ਦਾ ਸੰਕਲਪ ਵੀ ਬਖਸ਼ਦਾ ਹੈ। ਤੋ ਇਹ ਉਸ ਵਕਤ ਸਿੰਘਾਂ ਆਖਿਆ ਕਿ ਭਾਈ ਇਸ ਨਿਸ਼ਾਨ ਸਾਹਿਬ ਤੱਕ ਪਹੁੰਚਣ ਲਈ ਇਹਨਾਂ ਨੂੰ ਸਾਡੀਆਂ ਲਾਸ਼ਾਂ ਤੋਂ ਲੰਘ ਕੇ ਆਉਣਾ ਪੈਣਾ, ਤੇ ਸਾਡੀਆਂ ਲਾਸ਼ਾਂ ਤੋਂ ਲੰਘਣ ਤੋਂ ਪਹਿਲਾਂ ਇਹਨਾਂ ਕਈਆਂ ਦੀਆਂ ਲਾਸ਼ਾਂ ਵਿਛਾਵਾਂਗੇ। ਇਹ ਨਹੀਂ ਵੀ ਸ਼ਾਂਤਮਈ ਢੰਗ ਦੇ ਨਾਲ ਇਹਨਾਂ ਅੱਗੇ ਹੱਥ ਜੋੜ ਕੇ ਬਹਿ ਜਾਈਏ ਵੀ ਸਾਡਾ ਨਿਸ਼ਾਨ ਸਾਹਿਬ ਹੈ, ਇਹ ਆ ਕੇ ਡਾਂਗਾਂ ਨਾਲ ਕੁਚਲ ਕੇ ਰੱਖ ਦੇਣ, ਇਦਾਂ ਦਾ ਨਹੀਂ। ਜੇ ਆਉਣਗੇ ਤੇ ਪਹਿਲਾਂ ਕਈਆਂ ਨੂੰ ਲਾਸ਼ਾਂ ਬਣਾ ਕੇ ਟੋਰਾਂਗੇ, ਪੂਰੀ ਵਾਹ ਲਾਵਾਂਗੇ, ਅਖੀਰਲੇ ਸਾਹ ਤੱਕ ਲੜਾਂਗੇ, ਤਾਂ ਇਸ ਨਿਸ਼ਾਨ ਸਾਹਿਬ ਤੱਕ ਕੇ ਪਹੁੰਚ ਸਕਣਗੇ। ਪਰ ਜਦੋਂ ਤੱਕ ਸਾਡੇ ਸਰੀਰਾਂ 'ਚ ਦਮ ਤੇ ਸਾਹ ਚੱਲਦੇ ਨੇ, ਇਸ ਨਿਸ਼ਾਨ ਸਾਹਿਬ ਦੀ ਵਾਹ ਵੱਲ ਵੀ ਨਹੀਂ ਇਹ ਵੇਖ ਸਕਦੇ। ਕਸੈ ਤੁਪੰਗਨ ਤੱਕ ਤੱਕ ਮਾਰੇ। ਬੰਦੂਕਾਂ ਦੀਆਂ ਗੋਲੀਆਂ ਕੱਸ ਕੇ ਤਿਆਰ ਕਰ ਕਰਕੇ ਸਿੰਘ ਚਲਾਉਂਦੇ ਨੇ ਦਹਾੜ ਕੇ। ਪਰੀ ਲੋਥ ਨੇ ਲੈ ਬੇਦੀਨ। ਕਹਿੰਦੇ ਲਾਸ਼ ਪਈ ਹੈ, ਇਸ਼ਾਰਾ ਕਰ ਕਰ ਕਹਿੰਦੇ ਸਿੰਘ ਵਿਖਾਉਂਦੇ, ਕਹਿੰਦੇ ਉਹ ਪਈ ਆ ਜਾਓ, ਜੇ ਹਿੰਮਤ ਆ ਤੇ ਲੈ ਜਾਓ ਚੱਕ ਕੇ।
ਏਦਾਂ ਵੰਗਾਰਦੇ ਆ ਉਹਨਾਂ ਗੁੱਜਰਾਂ ਤੇ ਰੰਗੜਾਂ ਨੂੰ, ਉਹ ਪਿਆ ਤੁਹਾਡਾ ਜਮਤੁੱਲਾ ਭਾਊ, ਲੈ ਕੇ ਜਾਣਾ ਲੈ ਜਾਓ ਚੁੱਕ ਕੇ, ਹੈ ਹਿੰਮਤ ਕਿਸੇ ਵਿੱਚ ਅੱਗੇ ਵੱਧ ਕੇ ਆਉਣ ਦੀ ਤਾਂ ਆ ਜਾਓ। ਭਇਓ ਭੇੜ ਪਾਰੀ ਭੈ ਫੀਨ, ਬੜਾ ਭਿਆਨਕ ਭੇੜ ਮਚਿਆ, ਬੜਾ ਭਿਆਨਕ ਘਮਾਸਾਨ ਜੰਗ ਮਚਿਆ। ਏਦਾਂ ਕਹਿ ਸਕਦੇ ਆ ਜਿਵੇਂ ਕਲਗੀਧਰ ਜੀ ਨੇ ਲਿਖਿਆ ਨਾ ਚੰਡੀ ਦੀ ਵਾਰ 'ਚ, ਪਹਿਲਾਂ ਦਲਾਂ ਮਿਲੰਦੇ ਆ ਭੇੜ ਪਿਆ ਨਿਹੰਗਾਂ। ਨਿਹੰਗਾਂ ਕਹਿੰਦੇ ਆ ਸੂਰਮਿਆਂ ਨੂੰ, ਯੋਧਿਆਂ ਨੂੰ, ਕਹਿੰਦੇ ਦਲਾਂ ਦਾ ਮੇਲ ਹੁੰਦਿਆਂ, ਸੂਰਮਿਆਂ ਦਾ ਮੇਲ ਹੁੰਦਿਆਂ ਭਿਆਨਕ ਘਮਾਸਾਨ ਜੰਗ ਮਚਿਆ ਹੈ। ਸਿਰ ਖੰਡੀ ਛੰਦ, ਹੁਣ ਜਦੋਂ ਮੇਲ ਹੋਇਆ ਤੇ ਫਿਰ ਛੰਦ ਵੀ ਸਿਰਖੰਡੀ ਵਰਤਦੇ ਹਨ। ਗਰਜੇ ਪੁੰਜ ਪਹਾੜੀ ਭੜਥੂ ਕੱਤਿਆ। ਜਿਹੜਾ ਸਿਰਖੰਡੀ ਛੰਦ ਹੁੰਦਾ ਇਹਦੇ ਵਿੱਚ ਤਕਰੀਬਨ ਪੰਜਾਬੀ ਜਿਹੜੀ ਪਿਓਰ ਪੰਜਾਬੀ ਆ ਉਹਦੇ ਸ਼ਬਦ ਵਰਤੇ ਜਾਂਦੇ ਹਨ। ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਵਿੱਚ ਸਿਰਖੰਡੀ ਛੰਦ ਦੀ ਬਹੁਤ ਵਰਤੋਂ ਕੀਤੀ ਹੈ। ਬਹੁਤ ਸਾਰੇ ਛੰਦ ਮਹਾਰਾਜ ਜੀ ਨੇ ਲਿਖੇ ਨੇ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਛੰਦ ਲਿਖਦੇ, ਪੜੋ ਦੁਬਾਰਾ ਜੀ। ਗਰਜੇ ਪੁੰਜ ਪਹਾੜੀ ਭੜਥੂ ਕੱਤਿਆ। ਕਹਿੰਦੇ ਜਿੰਨੇ ਪਹਾੜੀਏ ਨੇ ਇੱਕ ਵਾਰੀ ਗਰਜੇ ਹਨ, ਗਰਜ ਕੇ ਕਹਿੰਦੇ ਗਰਜੇ ਪੁੰਜ ਪਹਾੜੀ ਭੜਥੂ ਕੱਤਿਆ। ਜਿਵੇਂ ਚੰਡੀ ਦੀ ਵਾਰ ਦੀ ਪੌੜੀ ਦੀ ਚਾਲ ਹੁੰਦੀ ਹੈ ਨਾ, ਉਹੀ ਚਾਲ ਇਸ ਛੰਦ ਦੀ ਹੈ। ਕਹਿੰਦੇ ਉਸ ਵੇਲੇ ਜਿੰਨੇ ਪਹਾੜੀਆਂ ਦੇ ਪੁੰਜ ਦਾ ਮਤਲਬ ਹੁੰਦਾ ਸਮੁਦਾਇ, ਇਕੱਠ, ਉਹਨਾਂ ਨੇ ਇੱਕ ਵਾਰੀ ਭੜਥੂ ਕੱਤਿਆ ਹੈ, ਯਾਨੀ ਕਿ ਭੜਥੂ ਪਾ ਦਿੱਤਾ। ਪੰਜਾਬੀ ਦਾ ਲਫ਼ਜ਼ ਹੈ ਨਾ, ਕਹਿੰਦੇ ਕੀ ਭੜਥੂ ਪਾਇਆ ਹੋਇਆ ਬਈ। ਭੜਥੂ ਯਾਨੀ ਕਿ ਇੱਕਦਮ ਖਲਬਲੀ ਮਚਾ ਕੇ ਰੱਖ ਦੇਣੀ। ਕਹਿੰਦੇ ਇਸ ਤਰ੍ਹਾਂ ਭੜਥੂ ਪਾਉਂਦੇ ਆਏ ਵੀ ਮਾਰ ਦਿਆਂਗੇ, ਮੁਕਾ ਦਿਆਂਗੇ, ਏਦਾਂ ਗਰਜ ਕੇ ਆਏ ਹਨ। ਕੁਛ ਨਾ ਮੁੜੇ ਪਿਛਾੜੀ ਖੜਗ ਪ੍ਰਹਾਰ ਤੇ। ਕਹਿੰਦੇ ਪਿੱਛੇ ਨਹੀਂ ਕੁਝ ਹਟੇ, ਕਈ ਤਾਂ ਮੁੜ ਜਾਂਦੇ ਆ ਪਰ ਕਈ ਨਹੀਂ ਹਟੇ। ਸੂਰਮੇ ਸਨ, ਉਹ ਅੱਗੇ ਆ ਕੇ ਵਾਰ ਕਰਦੇ ਹਨ। ਢਾਲੇ ਓਡੇ ਅਗਾੜੀ ਸਮੁਖੇ ਆਵੰਦੇ। ਔਰ ਹੱਥਾਂ ਵਿੱਚ ਢਾਲਾਂ ਫੜੀਆਂ, ਓੜ ਅਗਾੜੀ, ਏਦਾਂ ਢਾਲਾਂ ਦਾ ਆਸਰਾ ਲੈ ਕੇ ਅੱਗੇ ਵੱਧ ਕੇ ਢਾਲ ਨੂੰ ਓੜ ਕੇ, ਯਾਨੀ ਕਿ ਢਾਲ ਮੂਹਰੇ ਕਰਕੇ ਵੀ ਕੋਈ ਹਥਿਆਰ ਉਧਰੋਂ ਦੁਸ਼ਮਣ ਦਲ ਵੱਲੋਂ ਆਉਂਦਿਆਂ ਸਾਨੂੰ ਨਾ ਮਾਰੇ, ਏਦਾਂ ਢਾਲ ਨੂੰ ਓੜ ਕੇ ਅੱਗੇ ਸਨਮੁਖ ਵੱਧ ਕੇ ਆ ਰਹੇ ਨੇ ਪਹਾੜੀਏ। ਲਹੂ ਕਿਰਪਾਣੇ ਉਗਾੜੀ ਪਕੜ ਨਚਾਵੰਦੇ। ਔਰ ਤਲਵਾਰਾਂ ਹੱਥਾਂ ਵਿੱਚ ਫੜੀਆਂ ਨੇ ਪਹਾੜੀਆਂ ਨੇ, ਔਰ ਉਹਨਾਂ ਨੂੰ ਖੂਨ ਦੇ ਨਾਲ ਰੱਤ ਦੇ ਵਿੱਚ ਰੰਗ ਕੇ ਹੱਥਾਂ ਵਿੱਚ ਨਚਾਵੰਦੇ। ਤਲਵਾਰਾਂ ਨੱਚਦੀਆਂ ਨੇ ਉਹਨਾਂ ਦੇ ਹੱਥਾਂ ਵਿੱਚ, ਤੇ ਨਚਾਉਂਦੇ ਹੋਏ ਤਲਵਾਰਾਂ ਨੂੰ ਅੱਗੇ ਵੱਧ ਰਹੇ ਨੇ। ਨਚਾਉਣਾ ਕਿਵੇਂ ਹੁੰਦਾ ਤਲਵਾਰ ਨੂੰ? ਕਦੇ ਭਲਾ ਕਦੇ ਤਲਵਾਰਾਂ ਵੀ ਨੱਚਦੀਆਂ ਨੇ? ਕੋਈ ਸਵਾਲ ਕਰੇ, ਹਾਂ ਬਈ ਤਲਵਾਰ ਵੀ ਨੱਚਦੀ ਹੈ। ਇਹ ਕਦੋਂ ਨੱਚਦੀ ਹੈ? ਜਦੋਂ ਇਹਦੇ ਵਾਰ ਕੱਢੇ ਜਾਂਦੇ ਨੇ। ਜਿਹੜੇ ਵਾਰ ਕੱਢੇ ਜਾਂਦੇ ਆ ਨਾ ਤਲਵਾਰ ਦੇ, ਉਹੀ ਤਲਵਾਰ ਦਾ ਨਾਚ ਹੈ। ਏਦਾਂ ਤਲਵਾਰਾਂ ਨੂੰ ਨਚਾਉਂਦੇ ਆਉਂਦੇ ਨੇ। ਇਤ ਤੇ ਛਾਲੀ ਉਠੇ ਸਿੰਘ ਸੁਹਾਵੰਦੇ। ਜਦੋਂ ਪਹਾੜੀਏ ਆਏ ਨਾ ਅੱਗੇ ਵੱਧ ਕੇ ਉਧਰੋਂ, ਤੇ ਇੱਤ ਤੇ ਇਧਰੋਂ ਕਿਧਰੋਂ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਵੱਲੋਂ ਸਿੰਘ ਛਾਲਾਂ ਮਾਰ ਕੇ ਮੋਰਚਿਆਂ ਦੇ ਵਿੱਚੋਂ ਉੱਠੇ ਹਨ। ਛਾਲੀ ਦਾ ਮਤਲਬ ਹੁੰਦਾ ਛਾਲਾਂ ਮਾਰ ਕੇ, ਉਛਲ ਕੇ, ਜਿਵੇਂ ਕੋਈ ਸ਼ੇਰ ਪੈਰ ਥੋੜੇ ਜਿਹੇ ਦਬਾ ਕੇ ਨਾ ਫਿਰ ਉਹ ਹਮਲਾ ਕਰਦਾ ਆਪਣੇ ਸ਼ਿਕਾਰ ਦੇ ਉੱਤੇ। ਪਹਿਲਾਂ ਉਹ ਥੋੜਾ ਜਿਹਾ ਥੱਲੇ ਨੂੰ ਛਾਲ ਮਾਰਦਾ, ਬੜੀ ਉੱਚੀ ਝਪਟ, ਏਦਾਂ ਝਪਟਾਂ ਮਾਰ ਕੇ ਸਿੰਘ ਉੱਠੇ ਹਨ ਆਪਣੇ ਮੋਰਚਿਆਂ ਚੋਂ। ਗੋਰੀ ਤੀਰਨ ਵੋਠੇ ਛੈਬਰ ਸੀ ਲਗੀ। ਔਰ ਗੋਲੀਆਂ ਤੇ ਤੀਰ ਚਲਾਏ ਨੇ ਇੱਕ ਵਾਰੀ ਇਕੱਠੇ, ਏਦਾਂ ਜਾਪਿਆ ਮਾਨੋ ਜਿਵੇਂ ਛੈਬਰ ਲੱਗ ਗਈ ਹੋਵੇ ਗੋਲੀਆਂ ਤੇ ਤੀਰਾਂ ਦੀ। ਹਥਾ ਵੱਥ ਹੋਏ ਕੁੱਠੇ ਅੱਗੇ ਆਵੰਦੇ। ਹਥਾ ਵੱਥ ਹੋ ਗਏ ਨੇ। ਹਥਾ ਵੱਥ ਦਾ ਮਤਲਬ ਹੁੰਦਾ ਵੀ ਨੇੜੇ ਹੋ ਗਏ। ਜਦੋਂ ਗੋਲੀਆਂ ਦੀ ਮਾਰ, ਜਦੋਂ ਬਿਲਕੁਲ ਨੇੜੇ ਹੋ ਗਏ ਤੇ ਬੰਦੂਕ ਕੰਮ ਨਹੀਂ ਕਰਦੀ। ਫਿਰ ਤਲਵਾਰਾਂ ਲੈ ਕੇ, ਜਿਹੜੇ ਹੱਥ ਵਾਲੇ ਹਥਿਆਰ ਨੇ ਉਹ ਲੈ ਕੇ, ਸ਼ਸਤਰ ਲੈ ਕੇ ਲੜਨ ਲੱਗੇ ਹਨ। ਤੜਫਤ ਧਰ ਪਰ ਲੁੱਠੇ ਪੜੇ ਕਰਹਾਂਦੇ। ਜਿਹੜੇ ਲੁੱਠੇ ਲੂਹੇ ਜਾਂਦੇ ਨੇ, ਲੁੱਠੇ ਦਾ ਮਤਲਬ ਲੂਹੇ ਜਾਂਦੇ ਨੇ, ਯਾਨੀ ਕਿ ਜ਼ਖਮੀ ਹੋ ਜਾਂਦੇ ਨੇ। ਉਹ ਜ਼ਮੀਨ ਤੇ ਪਏ ਤੜਫਦੇ ਨੇ, ਕਰਾਉਂਦੇ ਨੇ, ਪਾਣੀ ਮੰਗਦੇ ਨੇ, ਪਰ ਕੋਈ ਪਾਣੀ ਪਿਲਾਉਣ ਵਾਲਾ ਨਹੀਂ ਲੱਭਦਾ। ਮਿਲ ਮਿਲ ਹੇਲਾ ਕਾਲੇ ਛਾਲੇ ਉਛਲੇ। ਮਿਲ ਮਿਲ ਕੇ ਸਤਿਗੁਰਾਂ ਦੇ ਸਿੰਘ 10-10, 15-15, 20-20, 50-50 ਸਿੰਘ ਇਕੱਠੇ ਹੋ ਕੇ ਰਲ ਕੇ ਹਮਲਾ ਕਰਦੇ ਨੇ।
ਔਰ ਉਛਲ ਕੇ ਛਾਲ ਮਾਰ ਕੇ ਦੁਸ਼ਮਣ ਤੇ ਟੁੱਟ ਕੇ ਪੈਂਦੇ ਨੇ। ਮੁੱਛੇ ਬੰਕ ਵਿਸਾਲੇ ਤਛੇ ਤਤ ਛਿਨੇ। ਸੂਰਮਿਆਂ ਦੇ ਮੁਛਹਿਰੇ ਬੜੇ ਸੁੰਦਰ। ਮੁੱਛਾਂ ਦਾ ਮਤਲਬ ਹੈ ਵੀ ਮੁਛਹਿਰੇ। ਕਹਿੰਦੇ ਮਹਾਰਾਜ ਜੀ ਦੇ ਜਿਹੜੇ ਸਿੰਘ ਨੇ ਕੇਸਾ ਧਾਰੀ ਨੇ ਨਾ, ਸਾਰੇ ਚਿਹਰਿਆਂ ਤੇ ਦਾੜੇ ਨੇ, ਮੁਛਹਿਰੇ ਚੜੇ ਹੋਏ, ਬੜੀ ਬਹਾਦਰੀ ਨਾਲ ਦਲੇਰੀ ਨਾਲ ਵੱਧ ਕੇ ਅੱਗੇ ਤਛਾ ਮੁੱਛ ਕਰਦੇ ਆ, ਵੱਢਦੇ ਚਲੇ ਜਾਂਦੇ ਆ ਦੁਸ਼ਮਣ ਨੂੰ। ਰੱਛੇ ਗੱਛ ਉਛਾਲੇ ਢਾਲੇ ਛੈਲ ਜੇ। ਔਰ ਹੱਥਾਂ ਦੇ ਵਿੱਚ ਢਾਲਾਂ ਫੜੀਆਂ ਹੋਈਆਂ ਸਿੰਘਾਂ ਨੇ, ਕਿਉਂਕਿ ਤਲਵਾਰ ਢਾਲ ਤੋਂ ਬਿਨਾਂ ਅਧੂਰੀ ਹੈ। ਤਲਵਾਰ ਤੇ ਢਾਲ ਦੋਵੇਂ ਸੰਪੂਰਨ ਬੰਦੇ ਐ, ਦੋਨੇ ਇੱਕ ਦੂਜੇ ਦੇ ਪੂਰਕ ਨੇ। ਤੋ ਇਸ ਕਰਕੇ ਢਾਲਾਂ ਵੀ ਫੜੀਆਂ ਹੋਈਆਂ ਸਿੰਘਾਂ ਨੇ। ਉਹਨਾਂ ਢਾਲਾਂ ਦੇ ਨਾਲ ਦੁਸ਼ਮਣ ਦੇ ਵਾਰ ਨੂੰ ਅੱਗੇ ਹੋ ਕੇ ਰੋਕਦੇ ਨੇ ਔਰ ਆਪਣੀਆਂ ਤਲਵਾਰਾਂ ਨਾਲ ਵਾਰ ਕਰਦੇ ਨੇ। ਕੱਛੇ ਪਛ ਕਰਾਲੇ ਆਮਿਕ ਛਕਰਾਏ। ਔਰ ਕਹਿੰਦੇ ਉਸ ਵਕਤ ਜਦੋਂ ਜਾ ਕੇ ਕੱਟਦੇ ਨੇ, ਵੱਢਦੇ ਨੇ, ਤੇ ਉਸ ਵਕਤ ਉਹਨਾਂ ਦਾ ਖੂਨ ਤੇ ਬਿੱਜ ਤੇ ਮਾਸ ਜ਼ਮੀਨ ਦੇ ਉੱਤੇ ਖਿੰਡਦਾ ਹੈ। ਔਰ ਬਹੁਤ ਸਾਰੇ ਮਾਸਾਹਾਰੀ ਜਾਨਵਰ ਉਹਨਾਂ ਸੂਰਮਿਆਂ ਦਾ ਮਾਸ ਭਖਦੇ ਤੇ ਖਾਂਦੇ ਦਿਸਦੇ ਨੇ। ਤਛਾ ਮੁੱਛ ਬਨ ਅੰਗੀ ਛੱਡਿਓ ਕ੍ਰੋਧ ਨਾ। ਕਹਿੰਦੇ ਤਛਾ ਮੁੱਛ ਹੋ ਗਏ ਸੂਰਮੇ, ਜਿਹੜੇ ਮਹਾਰਾਜ ਜੀ ਦੇ ਸਿੰਘ ਨੇ, ਯੋਧੇ ਨੇ, ਉਹ ਟੁਕੜੇ ਟੁਕੜੇ ਹੋ ਗਏ ਨੇ। ਸਰੀਰ ਵਿੱਚੋਂ ਖੂਨ ਦਾ ਆਸਕਰੀ ਤੁਪਕਾ ਵੀ ਨਿਕਲ ਗਿਆ। ਸਰੀਰ ਨੇ ਸਾਥ ਛੱਡ ਦਿੱਤਾ, ਪਰ ਕਚੀਚੀਆਂ ਵੱਟਦੇ ਫਿਰ ਵੀ ਰਣ ਭੂਮੀ ਦੇ ਵਿੱਚ ਡਿੱਗਦੇ ਸ਼ਹਾਦਤ ਦਾ ਜਾਮ ਪ੍ਰਾਪਤ ਕਰ ਰਹੇ ਨੇ। ਪੈਰ ਨਹੀਂ ਪਿੱਛੇ ਹਟਾਉਂਦੇ, ਬੜੀ ਸੂਰਬੀਰਤਾ ਨਾਲ, ਬੜੀ ਬਹਾਦਰੀ ਨਾਲ ਯੋਧੇ ਲੜਦੇ ਹਨ। ਬਾਣੇ ਰੰਗ ਸੁਰੰਗੀ ਸ਼੍ਰੋਣਤ ਸੋ ਪਰੇ। ਸੂਰਮਿਆਂ ਦੇ ਸਰੀਰਾਂ ਤੇ ਪਾਏ ਹੋਏ ਬਾਣੇ, ਉਹ ਕਹਿੰਦੇ ਰੰਗ ਸੁਰੰਗੀ ਹੋ ਰਹੇ, ਖੂਨ ਦੇ ਨਾਲ ਰੰਗ ਸੁਰੰਗੀ ਹੋ ਰਹੇ ਨੇ। ਕਈਆਂ ਦੇ ਸਰੀਰਾਂ ਤੇ ਪਾਏ ਜਿਹੜੇ ਬਾਣੇ ਨੂੰ ਕਿਸ ਰੰਗ ਦੇ ਨੇ, ਕਿਸੇ ਦੇ ਕਿਸ ਰੰਗ ਦੇ ਨੇ। ਜਦੋਂ ਖੂਨ ਨਿਕਲਦਾ ਤੇ ਖੂਨ ਉਹਨਾਂ ਕੱਪੜਿਆਂ ਨਾਲ ਲੱਗਦਾ ਹੈ ਤੇ ਉਹਨਾਂ ਦਾ ਵੀ ਰੰਗ ਵੱਖੋ ਵੱਖਰਾ ਜਿਹਾ ਨਜ਼ਰ ਆਉਂਦਾ ਹੈ। ਇਦਾਂ ਜਾਪਦਾ ਹੈ ਮਾਨੋ ਜਿਵੇਂ ਰੰਗ ਬਰੰਗੇ ਬਾਣੇ ਪਾ ਕੇ ਯੋਧੇ ਲੜ ਰਹੇ ਹਨ। ਉਛਲੇ ਛੈਲ ਛਲੰਗੀ ਛੈਲਾਂ ਸ਼ੋਭਤੇ। ਔਰ ਉਛਲ ਉਛਲ ਕੇ ਕਹਿੰਦੇ ਛੈਲ ਛਲੰਗੀ ਸੂਰਮੇ, ਜਿਹੜੇ ਸੂਰਮੇ ਜਵਾਨ ਨੇ, ਬਲੀ ਨੇ, ਉਹ ਉਸ ਵੇਲੇ ਅੱਗੇ ਹੋ ਕੇ ਦੁਸ਼ਮਣ ਦਲ ਦੇ ਉੱਤੇ ਛਾਲਾਂ ਮਾਰ ਕੇ ਪੈਂਦੇ ਹਨ। ਕੱਛੇ ਕੇਸ਼ ਪੁਚੰਗੀ ਜੰਗੀ ਸ਼ੋਭਦੇ। ਤੇੜ ਕਛਹਿਰੇ ਨੇ ਸਿੰਘਾਂ ਦੇ ਜੰਗੀ, ਤੇੜ ਜੰਗੀ ਕਛਹਿਰੇ ਨੇ ਸਿੰਘਾਂ ਦੇ, ਔਰ ਸਰੀਰਾਂ ਤੇ ਪਾਏ ਬਾਣੇ ਹਨ, ਔਰ ਬੜੇ ਸੋਹਣੇ ਜੰਗੀ ਬਾਣੇ ਸੋਭਦੇ ਹਨ ਸਿੰਘਾਂ ਦੇ ਸਰੀਰਾਂ ਤੇ ਪਾਏ ਹੋਏ। ਲਾਏ ਲਾਏ ਬਲਹਾਰੇ ਲੋਥ ਨਾ ਉੱਠੀਆਂ। ਬਲ ਲਾ ਕੇ ਹਾਰ ਗਏ ਗੁੱਜਰ ਤੇ ਰੰਗੜ ਘਮੰਡ ਚੰਦ ਕਟੋਚੀਏ ਦੇ ਸਮੇਤ, ਪਰ ਜਮ ਤੁੱਲੇ ਭਾਊ ਦੀ ਲਾਸ਼ ਨਹੀਂ ਚੁੱਕ ਸਕੇ। ਲਾਸ਼ ਚੁੱਕਣੀ ਤਾਂ ਇੱਕ ਪਾਸੇ ਰਹੀ, ਵੀ ਵੇਖਣ ਵੀ ਨਹੀਂ ਦਿੱਤੀ ਸਿੰਘਾਂ ਨੇ, ਅੱਗੇ ਤੱਕ ਆਉਣ ਹੀ ਨਹੀਂ ਦਿੱਤਾ ਉਹਨਾਂ ਨੂੰ। ਹਾਰ ਗਏ ਆਪਣਾ ਬਲ ਲਾ ਕੇ, ਤਾਣ ਲਾ ਕੇ। ਅਪਰ ਲੋਥ ਪਟ ਭਾਰੇ ਮਰ ਮਰ ਗਨ ਪਈ। ਸਗੋਂ ਉਹਨਾਂ ਦੀਆਂ ਹੋਰ ਅਨੇਕਾਂ ਲਾਸ਼ਾਂ ਦੇ ਢੇਰ ਲੱਗ ਗਏ। ਜਮਤੁੱਲੇ ਦੀ ਲਾਸ਼ ਚੁੱਕਣ ਆਏ, ਆਪ ਕਈ ਲਾਸ਼ਾਂ ਦੇ ਰੂਪ ਚ ਤਬਦੀਲ ਹੋ ਗਏ। ਢਿੱਗ ਲੱਗ ਗਏ, ਮੋਰਚੇ ਲੱਗ ਗਏ ਲਾਸ਼ਾਂ ਦੇ। ਕਹਿੰਦੇ ਅੱਗੇ ਇੰਨੀਆਂ ਲਾਸ਼ਾਂ ਖਿੰਡੀਆਂ ਹਨ। ਮਾਨ ਸਿੰਘ ਅਸ ਧਾਰੇ ਰਿਓ ਨਿਸ਼ਾਨ ਪੈ। ਭਾਈ ਮਾਨ ਸਿੰਘ ਦੇ ਹੱਥ 'ਚ ਤਲਵਾਰ ਫੜੀ ਹੋਈ ਆ, ਨਿਸ਼ਾਨ ਸਾਹਿਬ ਦੇ ਕੋਲ ਖੜੇ ਨੇ, ਔਰ ਜਿਹੜਾ ਕੋਈ ਨੇੜੇ ਟੁਕਦਾ ਆਪਣੀ ਤਲਵਾਰ ਨਾਲ ਕੱਟ ਕੇ ਦੋ ਟੁਕੜਿਆਂ 'ਚ ਵੰਡ ਕੇ ਉਹਨੂੰ ਜ਼ਮੀਨ ਤੇ ਸੁੱਟ ਦਿੰਦੇ ਹਨ। ਗੁਰ ਪ੍ਰਤਾਪ ਤੇ ਮਾਰੇ ਛੇਰੇ ਗ੍ਰਾਮ ਕੀ। ਸਤਿਗੁਰੂ ਜੀ ਦੇ ਪ੍ਰਤਾਪ ਨਾਲ, ਸਤਿਗੁਰੂ ਜੀ ਦੇ ਬਲ ਨਾਲ, ਮਹਾਰਾਜ ਜਾਂ ਤੂੰ ਤਾਂ ਮੈਂ ਮਾਣ ਕੀਹਾ, ਤੁਝ ਬਿਨ ਕਿਹਾ ਮੇਰਾ ਮਾਣੋ। ਸਤਿਗੁਰਾਂ ਕਰਕੇ ਸਾਡਾ ਮਾਣ ਹੈ, ਸਤਿਗੁਰਾਂ ਕਰਕੇ ਸਾਡਾ ਤਾਣ ਹੈ, ਤੂੰ ਮੇਰਾ ਤਾਣ। ਤੇ ਮਹਾਰਾਜ ਜੀ ਦੇ ਬਲ ਨਾਲ, ਸਤਿਗੁਰਾਂ ਦੇ ਪ੍ਰਤਾਪ ਨਾਲ ਮਹਾਰਾਜ ਜੀ ਦੇ ਸਿੰਘਾਂ ਨੇ ਇਹ ਗੁਜਰਾਂ ਤੇ ਰੰਗੜਾਂ ਦੀ ਜਿਹੜੀ ਛੇੜ ਇਕੱਠੀ ਕਰਕੇ ਲਿਆਂਦੀ ਹੋਈ ਹੈ। ਇਹਨਾਂ ਨੂੰ ਇਹ ਕਹਿ ਕੇ ਲਿਆਂਦਾ ਸੀ ਵੀ ਤੁਹਾਨੂੰ ਲੁੱਟ ਮਾਫ ਹੋਵੇਗੀ, ਤੁਸੀਂ ਆਪਣੇ ਬਦਲੇ ਲੈ ਲਓ। ਤੁਹਾਡੇ ਪਿੰਡ ਉਜਾੜੇ ਨੇ ਗੁਰੂ ਜੀ ਨੇ, ਆਲਸੂਨ ਤੁਹਾਡਾ ਪਿੰਡ ਸੀ ਉਹ ਉਜਾੜਿਆ, ਨੂੰ ਬਜਰੂੜ
ਇਹ ਪਿੰਡ ਤੁਹਾਡੇ ਗੁਰੂ ਜੀ ਨੇ ਉਜਾੜੇ ਹਨ ਤੇ ਤੁਸੀਂ ਆਪਣਾ ਹਮਲਾ ਕਰੋ, ਨਾਲੇ ਗੁਰੂ ਜੀ ਦਾ ਘਰ-ਬਾਰ ਲੁੱਟ ਕੇ ਲਿਆਓ। ਉਹ ਇਹ ਕਹਿ ਕੇ ਛੇੜ ਇਕੱਠੀ ਕਰਕੇ ਲਿਆਂਦੀ ਸੀ ਪਿੰਡਾਂ ਦੇ ਵਿੱਚੋਂ। ਕਹਿੰਦੇ ਉਹ ਸਾਰੀ ਛੇੜ ਗੁਰੂ ਸਾਹਿਬ ਦੇ ਪ੍ਰਤਾਪ ਨਾਲ ਮਹਾਰਾਜ ਜੀ ਦੇ ਸਿੰਘਾਂ ਨੇ ਤਿੱਤਰ ਬਿੱਤਰ ਕਰ ਦਿੱਤੀ, ਬਹੁਤੇ ਉਹਨਾਂ ਵਿੱਚੋਂ ਮਾਰ ਮੁਕਾਏ। ਮਿਲ ਮਿਲ ਹੋਏ ਤਰਵਾਰੀ, ਲੜ ਲੜ ਹਟ ਪਰੇ। ਮਿਲ ਮਿਲ ਕੇ ਤਲਵਾਰਾਂ ਨਾਲ ਲੜ ਲੜ ਕੇ ਕਈ ਹਟ ਕੇ ਪਿੱਛੇ ਮੁੜ ਗਏ। ਰੱਖਿਓ ਖੇਤ ਗੁਰ ਭਾਰੀ, ਸਿੰਘਨ ਮਾਰ ਕੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਿੰਘਾਂ ਨੇ, ਮਹਾਰਾਜ ਜੀ ਦੇ ਯੋਧਿਆਂ ਨੇ ਜੰਗ ਦੇ ਮੈਦਾਨ ਦਾ ਖੇਤ, ਅੱਜ ਦੇ ਦਿਨ ਦਾ ਜਿਹੜੇ ਜੰਗ ਦੀ ਬਾਜੀ ਹੈ, ਉਹ ਸਿੰਘਾਂ ਨੇ ਆਪ ਜਿੱਤ ਕੇ ਪ੍ਰਾਪਤ ਕੀਤੀ ਗੁਰੂ ਕਲਗੀਧਰ ਦੇ ਪ੍ਰਤਾਪ ਨਾਲ। ਤੇਰੇ ਉਹ ਨਿਸ਼ਾਨ ਅਗਾਰੀ, ਨਾਇਨ ਹਾਲਿਓ। ਨਿਸ਼ਾਨ ਸਾਹਿਬ ਅੱਗੇ ਪਰਪੱਕ ਖੜਾ, ਉਹ ਹੱਲਿਆ ਤੱਕ ਨਹੀਂ ਉਹਨਾਂ ਦੇ ਕੋਲੋਂ, ਦੁਸ਼ਮਣਾਂ ਦੇ ਕੋਲੋਂ। ਪਿੱਛੇ ਪਿੱਛੇ ਹੀ ਪਰੇ ਪਰੇ ਹੀ ਨਿਸ਼ਾਨ ਸਾਹਿਬ ਤੋਂ ਕਹਿੰਦੇ ਲਾਸ਼ਾਂ ਦੇ ਢੇਰ ਲੱਗੇ ਨੇ, ਕੋਈ ਨਿਸ਼ਾਨ ਸਾਹਿਬ ਦੇ ਨੇੜੇ ਨਹੀਂ ਢੁੱਕ ਸਕਿਆ। ਅੱਜ ਦਾ ਸਿੰਘਾਂ ਨੇ ਜੰਗ ਜਿੱਤ ਲਿਆ। ਹਾਰੀ ਚਮੂ ਪਹਾਰੀ, ਪਿੱਛੇ ਹਟ ਪਈ। ਸਿੰਘਾਂ ਨੇ ਸਤਿ ਸ੍ਰੀ ਅਕਾਲ, ਗੁਰਬਾਰੇ ਅਕਾਲ ਕਹਿ ਕੇ ਜੰਗ ਦੇ ਵਿੱਚ ਜਕਾਰੇ ਗਜਾਏ ਕਿ ਗੁਰੂ ਖਾਲਸੇ ਨੇ ਜੰਗ ਜਿੱਤ ਲਿਆ। ਅੱਜ ਦਾ ਪਹਾੜੀਏ ਪੈਰ ਹਟਾ ਕੇ ਪਿਛਾਂ ਨੂੰ ਵਾਪਸ ਮੁੜ ਗਏ। ਦੋਹਰਾ ਭਾਈ ਸੰਜ ਤਬ ਪੀਖਨਾ, ਅਸਤੇ ਉਹ ਸੂਰਜ ਜਾਏ। ਕਹਿੰਦੇ ਸਾਂਝ ਸਮਾਂ ਹੋ ਗਿਆ, ਸ਼ਾਮ ਪੈ ਗਈ, ਤਰਕਾਲਾਂ ਪੈ ਗਈਆਂ, ਸੂਰਜ ਛਿਪਣ ਲੱਗਾ। ਤੇ ਜਦੋਂ ਸੂਰਜ ਛੁਪ ਗਿਆ, ਤਰਕਾਲਾਂ ਹੋ ਗਈਆਂ। ਕਹਾਂ ਲਗੇ ਬਰਨਨ ਕਰੋ, ਭਇਓ ਜੁੱਧ ਜਿਸ ਪਾਏ। ਉਸ ਵੇਲੇ ਤਾਈਂ ਭਾਈ ਸਾਹਿਬ ਕਹਿੰਦੇ ਜਿਹੜਾ ਭਿਆਨਕ ਯੁੱਧ ਹੋਇਆ ਨਾ ਅੱਜ ਜਮਤੁੱਲੇ ਭਾਊ ਦੀ ਲਾਸ਼ ਪਿੱਛੇ, ਭਾਈ ਸਾਹਿਬ ਕਹਿੰਦੇ ਮੇਰੇ ਕੋਲ ਸ਼ਬਦ ਨਹੀਂ, ਮੈਂ ਉਹਨੂੰ ਵਰਣਨ ਕਰਾਂ ਵੀ ਕਿਹੋ ਜਿਹਾ ਜੰਗ ਹੋਇਆ, ਕਿਹੋ ਜਿਹਾ ਘਮਾਸਾਨ ਜੰਗ ਹੋਇਆ। ਵੀ ਉਹ ਤਾਂ ਕਹਿੰਦੇ ਵੇਖ ਕੇ ਹੀ ਪਤਾ ਲੱਗਦਾ ਸੀ, ਕਹਿਣ ਵਿੱਚ ਨਹੀਂ ਆਉਂਦਾ। ਕਿੱਥੋਂ ਤੱਕ ਵਰਣਨ ਕਰਕੇ ਸੁਣਾਈਏ। ਚੌਪਈ ਦੋ ਦਿਸ਼ ਕੇ ਜੋਧਾ ਮਿਟ ਗਏ। ਕਹਿੰਦੇ ਦੋਹਾਂ ਪਾਸਿਆਂ ਦੇ ਯੋਧੇ ਮਿਟ ਗਏ, ਯਾਨੀ ਕਿ ਸੰਧਿਆ ਵੇਲੇ ਜੰਗ ਸਮਾਪਤ ਹੋ ਜਾਂਦਾ ਸੀ। ਸ਼ਾਮ ਵੇਲੇ ਇਹ ਮਰਿਆਦਾ ਸੀ, ਨਿਯਮ ਬਣਾਏ ਹੋਏ ਸਨ ਉਸ ਵੇਲੇ ਕਿ ਦਿਨ ਦੀ ਲੋ ਦੇ ਵਿੱਚ ਹੀ, ਚਾਨਣੇ ਦੇ ਵਿੱਚ ਜੰਗ ਯੁੱਧ ਹੋਣਗੇ। ਜਦੋਂ ਸ਼ਾਮ ਪਈ, ਸੂਰਜ ਛੁਪਿਆ, ਦੋਹਾਂ ਪਾਸਿਆਂ ਦੇ ਸੂਰਮੇ ਪਿੱਛੇ ਪਿੱਛੇ ਆਪੋ ਆਪਣੇ ਮੋਰਚਿਆਂ ਨੂੰ ਵਾਪਸ ਮੁੜੇ ਨੇ। ਅੱਜ ਦਾ ਜੰਗ ਖਾਲਸੇ ਨੇ ਜਿੱਤਿਆ ਹੈ। ਤੀਨ ਜਾਮ ਲੜ ਕੇ ਤ੍ਰਿਪਤਏ। 3 ਪਹਿਰ ਤੱਕ ਜੰਗ ਹੋਇਆ, 3 ਪਹਿਰ ਤੱਕ ਲਗਾਤਾਰ, ਬੜਾ ਭਿਆਨਕ ਜੰਗ। 3 ਪਹਿਰ ਤੱਕ ਯਾਨੀ ਕਿ 9-10 ਘੰਟੇ ਲਗਾਤਾਰ ਭਿਆਨਕ ਜੰਗ ਸੁਬਾਹ ਤੋਂ ਸ਼ੁਰੂ ਹੋਇਆ ਤੇ ਘਮਾਸਾਨ ਜੰਗ ਹੁੰਦਾ ਰਿਹਾ। ਸ਼ਰਮਤ ਸੁਪਟ ਸਭ ਹਿਆ ਜੁਤ ਹੋਏ। ਜਿਹੜੇ ਸਾਰੇ ਦਿਨ ਦੇ ਲੜ ਰਹੇ ਸੀ, ਆਖਰਕਾਰ ਥੱਕਣੇ ਹੀ ਸੀ, ਉਹ ਵੀ ਤਾਂ ਬੰਦੇ ਹੀ ਨੇ ਨਾ, ਸਰੀਰ ਹੀ ਨੇ। ਕਹਿੰਦੇ ਸੂਰਮੇ ਥੱਕ ਚੁੱਕੇ ਹਨ, ਘੋੜੇ ਵੀ ਥੱਕ ਚੁੱਕੇ ਨੇ ਸਾਰਾ ਦਿਨ ਜੰਗ ਦੇ ਮੈਦਾਨ ਵਿੱਚ ਫਿਰ ਕੇ। ਮਰੇ ਹਜ਼ਾਰਾਂ ਗਿਨੇ ਨ ਕੋਏ। ਰਣ ਭੂਮੀ ਵਿੱਚ ਹਜ਼ਾਰਾਂ ਦੀ ਗਿਣਤੀ 'ਚ ਸੂਰਮੇ ਮਰੇ ਪਏ ਨੇ, ਉਹ ਗਿਣੇ ਨਹੀਂ ਜਾਂਦੇ, ਉਹਨਾਂ ਦੀ ਗਿਣਤੀ ਨਹੀਂ ਹੁੰਦੀ। ਮੈਨੂੰ ਅਕਸਰ ਕਈ ਸੱਜਣ ਕਹਿੰਦੇ ਕਿ ਜੀ ਜਦੋਂ ਤੁਸੀਂ ਜੰਗ ਯੁੱਧ ਦੀ ਕਥਾ ਕਰਦੇ ਹੋ, ਇੱਦਾਂ ਜਾਪਦਾ ਵੀ ਤੁਸੀਂ ਜੰਗ ਆਪ ਵੇਖ ਰਹੇ ਹੋ ਉੱਥੇ ਖਲੋਤੇ। ਮੈਂ ਬੇਨਤੀ ਕਰਦਾ ਹੁੰਦਾ ਵੀ ਮੈਂ ਨਹੀਂ ਵੇਖ ਰਿਹਾ ਹੁੰਦਾ, ਮਾਂ ਕਵੀ ਭਾਈ ਸੰਤੋਖ ਸਿੰਘ ਜੀ ਖੜੇ ਉੱਥੇ ਵੇਖ ਰਹੇ ਹੁੰਦੇ ਆ। ਉਹ ਜੋ ਵੇਖ ਰਹੇ ਹੁੰਦੇ ਆ ਉਹ ਸਾਨੂੰ ਵਿਖਾਉਂਦੇ ਆ, ਉਹਨਾਂ ਆਪ ਵੇਖਿਆ ਤੇ ਸਾਨੂੰ ਵਿਖਾਉਂਦੇ ਆ ਵੀ ਇਦਾਂ ਜੰਗ ਹੋ ਰਿਹਾ। ਕਿਉਂਕਿ ਮਾਂ ਕਵੀ ਭਾਈ ਸੰਤੋਖ ਸਿੰਘ ਜੀ ਨੂੰ ਕਲਗੀਧਰ ਜੀ ਨੇ ਬਚਨ ਕੀਤਾ 10 ਪਾਤਸ਼ਾਹੀਆਂ ਨੇ, ਤੁਸੀਂ ਸਾਡਾ ਇਤਿਹਾਸ ਲਿਖੋ। ਭਾਈ ਸਾਹਿਬ ਆਖਿਆ ਮਹਾਰਾਜ ਐਡਾ ਵੱਡਾ ਇਤਿਹਾਸ ਮੈਂ ਆਪਣੇ ਛੋਟੇ ਜਿਹੇ ਜੀਵਨ 'ਚ ਕਿਵੇਂ ਲਿਖਾਂ, ਕਿੱਥੋਂ ਕਿੱਥੋਂ ਪ੍ਰਾਪਤ ਹੋਣਗੇ ਸਾਰੇ ਹਵਾਲੇ ਇਤਿਹਾਸ ਦੇ। ਸਾਹਿਬਾਂ ਨੇ ਆਖਿਆ ਭਾਈ ਸੰਤੋਖ ਸਿੰਘ ਜੀ, ਜੋ ਜੋ ਅਸੀਂ ਕੀਤਾ ਤੁਸੀਂ ਦਰਸ਼ਨ ਕਰੋਗੇ ਔਰ ਤੁਹਾਡੀਆਂ ਅੱਖਾਂ ਅੱਗੇ ਚੱਲੇਗਾ ਉਹ ਸਾਰਾ ਕੁਝ।
ਵੇਖ ਵੇਖ ਕੇ ਲਿਖੀ ਜਾਇਓ। ਤੋ ਭਾਈ ਸਾਹਿਬ ਆਪ ਵੇਖ ਵੇਖ ਕੇ ਲਿਖਾ ਰਹੇ ਨੇ ਉਹ ਸਾਰੀ ਕਥਾ, ਤਦੇ ਤਾਂ ਸਾਡੀ ਵੀ ਸੁਰਤ ਉੱਥੇ ਜਾ ਪਹੁੰਚਦੀ ਹੈ। ਦੋਹਾਂ ਪਾਸਿਆਂ ਦੇ ਸੂਰਮੇ ਪਿੱਛੇ ਹਟੇ ਨੇ, ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ 'ਚ ਸੂਰਮੇ ਜੰਗ ਦੇ ਮੈਦਾਨ 'ਚ ਮਾਰੇ ਗਏ ਹਨ। ਸਨੇ ਸਨੇ ਨਿਜ ਨਿਜ ਦਿਸ਼ ਮੁਰੇ, ਸਹਿਜੇ ਸਹਿਜੇ ਸੂਰਮੇ ਆਪੋ ਆਪਣੀਆਂ ਦਿਸ਼ਾਵਾਂ ਨੂੰ ਮੁੜ ਗਏ ਹਨ। ਕਾਇਲ ਸੰਭਾਲ ਤੇ ਸਭ ਤੁਰੇ, ਆਪੋ ਆਪਣੇ ਜ਼ਖਮੀਆਂ ਦੀ ਸੰਭਾਲ ਕਰਦੇ ਹਨ। ਰਚੇ ਮੋਰਚੇ ਸਿੰਘਨ ਜਹਾਂ, ਸਿੰਘਾਂ ਨੇ ਆਪਣੇ ਜ਼ਖਮੀ ਸਿੰਘਾਂ ਨੂੰ ਚੁੱਕਿਆ, ਜਿਹੜੇ ਸ਼ਹੀਦ ਹੋ ਗਏ ਨੇ ਉਹਨਾਂ ਦੇ ਸਰੀਰ ਵੀ ਚੁੱਕੇ ਅੰਤਮ ਸੰਸਕਾਰ ਵਾਸਤੇ, ਔਰ ਜਿੱਥੇ ਸਿੰਘਾਂ ਦੇ ਮੋਰਚੇ ਰਚੇ ਹੋਏ ਨੇ ਉੱਥੇ ਆਏ ਹਨ। ਨਿਜ ਨਿਜ ਮਿਸਲ ਤੇਰੇ ਜਹ ਕਹਾਂ, ਆਪੋ ਆਪਣੀਆਂ ਮਿਸਲਾਂ ਵਿੱਚ, ਮਿਸਲ ਨਾਮ ਹੁੰਦਾ ਜਥਿਆਂ ਦਾ, ਜਿਹੜੇ ਜਥੇ ਬਣੇ ਹੋਏ ਸੀ, ਕਿਉਂਕਿ ਸਾਰੀ ਫੌਜ ਇੱਕ ਜਗ੍ਹਾ ਤੇ, ਅੱਜ ਵੀ ਹੁਣ ਵੀ ਜਿਹੜੀ ਭਾਰਤ ਦੀ ਫੌਜ ਹੈ ਜਾਂ ਕਿਸੇ ਵੀ ਦੇਸ਼ ਦੀ ਫੌਜ ਹੁੰਦੀ, ਉਹਦੀਆਂ ਵੱਖੋ ਵੱਖਰੀਆਂ ਰੈਜੀਮੈਂਟਾਂ ਬਣੀਆਂ ਹੁੰਦੀਆਂ, ਵੱਖੋ ਵੱਖਰੇ ਜਥੇ ਬਣੇ ਹੁੰਦੇ ਹੈ, ਇਕੱਠੀ ਨਹੀਂ ਇੱਕ ਜਗ੍ਹਾ ਤੇ ਰੱਖੀ ਜਾ ਸਕਦੀ। ਜਿੰਨੇ ਸਿੰਘਾਂ ਦੇ ਜਥੇ ਸਨ, ਮਿਸਲ ਨਾਮ ਹੁੰਦਾ ਜਥੇ ਦਾ, ਉਹ ਸਾਰੀ ਫੌਜ ਆਪੋ ਆਪਣਿਆਂ ਜਥਿਆਂ ਵਿੱਚ ਜਾ ਪਹੁੰਚੀ ਹੈ। ਕੋ ਕੋ ਤੁਪਕ ਛੁਟੇ ਤਿਸ ਕਾਲਾ, ਬੰਦੂਕ ਦੀ ਕੋਈ ਕੋਈ ਗੋਲੀ ਰਾਤ ਨੂੰ ਚੱਲ ਰਹੀ, ਇਹ ਨਹੀਂ ਵੀ ਬਿਲਕੁਲ ਜੰਗ ਸਮਾਪਤ। ਜੇ ਹੁਣ ਦੋਹਾਂ ਪਾਸਿਓਂ ਬਿਲਕੁਲ ਹੀ ਗੋਲੀ ਦੀ ਠਾਹ ਠਾਈ ਬੰਦ ਹੋ ਜਾਏ ਤਾਂ ਦੁਸ਼ਮਣ ਆਖੇ ਵੀ ਸ਼ਾਇਦ ਚਲੇ ਗਏ ਨੇ, ਹੈਣ ਨਹੀਂ ਇੱਥੇ। ਇੱਕ ਦੂਜੇ ਨੂੰ ਸਾਵਧਾਨ ਕਰਨ ਲਈ ਵੀ ਇੱਥੇ ਹੀ ਆ, ਖਬਰਦਾਰ ਰਿਓ, ਕਿਧਰੇ ਮੂੰਹ ਚੱਕ ਕੇ ਰਾਤ ਦੇ ਹਨੇਰੇ ਵਿੱਚ ਹਮਲਾ ਕਰ ਬੈਠੋ। ਇਸ ਕਰਕੇ ਕਹਿੰਦੇ ਬੰਦੂਕਾਂ ਦੀਆਂ ਗੋਲੀਆਂ ਥੋੜੀਆਂ ਬਹੁਤੀਆਂ ਉਹ ਕਹਿੰਦੇ ਚੱਲ ਰਹੀਆਂ ਨੇ ਦੋਹਾਂ ਪਾਸਿਓਂ। ਆਪਣੀ ਆਪਣੀ ਕਰਤ ਸੰਭਾਲਾ, ਔਰ ਆਪਣੀ ਆਪਣੀ ਸੰਭਾਲ ਕਰ ਰਹੇ ਨੇ, ਜ਼ਖਮੀਆਂ ਦੀ ਸੰਭਾਲ ਕਰ ਰਹੇ ਨੇ, ਜਿਹੜੇ ਸ਼ਹੀਦ ਹੋ ਗਏ ਨੇ ਉਹਨਾਂ ਦੀ ਸੰਭਾਲ ਕਰ ਰਹੇ ਨੇ। ਜਿਨ ਸਿੰਘਨ ਰਣ ਤਿਆਗੇ ਪ੍ਰਾਨਾ, ਜਿਨ੍ਹਾਂ ਸਿੰਘਾਂ ਨੇ ਰਣ ਭੂਮੀ 'ਚ ਜੰਗ ਦੇ ਮੈਦਾਨ 'ਚ ਆਪਣੇ ਪ੍ਰਾਣ ਤਿਆਗੇ ਹਨ, ਸੁਰਪੁਰ ਗਏ ਅਰੂੜ ਬੇਮਾਨਾ, ਉਹ ਦੇਵਪੁਰੀ ਜਾ ਪਹੁੰਚੇ ਹਨ। ਮਹਾਰਾਜ ਜੀ ਦੇ ਚਰਨਾਂ ਵਿੱਚ ਸੱਚਖੰਡ ਬੈਕੁੰਠ ਦੇ ਵਿੱਚ ਉਹਨਾਂ ਦਾ ਵਾਸਾ ਹੋਇਆ। ਕਾਇਲ ਕਿਤਕ ਉਠਾਵਤ ਲਿਆਏ, ਜਿਹੜੇ ਕਾਇਲ ਨੇ ਜ਼ਖਮੀ ਨੇ ਉਹਨਾਂ ਨੂੰ ਸਿੰਘ ਚੁੱਕ ਕੇ ਲਿਆਏ। ਕੀਤਕ ਚੱਲ ਆਪ ਨਹੀਂ ਆਏ, ਕਈ ਥੋੜੇ ਜੇ ਘੱਟ ਜ਼ਖਮੀ ਸੀ ਉਹ ਆਪ ਚੱਲ ਕੇ ਆ ਗਏ। ਜਿਹੜੇ ਬਹੁਤ ਜ਼ਿਆਦਾ ਜ਼ਖਮੀ ਸਨ ਉਹਨਾਂ ਨੂੰ ਚੁੱਕ ਕੇ ਲਿਆਂਦਾ। ਜਿਨ੍ਹਾਂ ਦੇ ਕੁਝ ਮਾੜੀਆਂ ਮੋਟੀਆਂ ਸੱਟਾਂ ਫੱਟ ਸਨ ਉਹ ਆਪ ਚੱਲ ਕੇ ਆ ਗਏ। ਦਰਸ਼ਨ ਪ੍ਰਭੂ ਪੁਰਖ ਕੋ ਕੀਨਸ, ਆ ਕੇ ਪ੍ਰਭੂ ਪੁਰਖ ਗੁਰੂ ਕਲਗੀਧਰ ਜੀ ਦੇ ਸਿੰਘਾਂ ਨੇ ਦਰਸ਼ਨ ਕੀਤੇ। ਸਕਲ ਖਾਲਸਾ ਆਨੰਦ ਪੀਨਸ, ਸਾਰਾ ਖਾਲਸਾ ਬੜੇ ਆਨੰਦ ਵਿੱਚ। ਅੱਜ ਜੰਗ ਜਿੱਤ ਕੇ ਆਏ ਨੇ ਗੁਰੂ ਸਾਹਿਬ ਜੀ ਦੇ ਪੁੱਤ। ਸਰਬ ਪ੍ਰਸੰਗ ਜੰਗ ਕੋ ਕਹਿਓ, ਕਲਗੀਧਰ ਜੀ ਨੂੰ ਸਾਰਾ ਪ੍ਰਸੰਗ ਦੱਸਿਆ। ਜਮਤੁੱਲੇ ਭਾਊ ਦੀ ਲਾਸ਼ ਚੁੱਕਣ ਨਿਮਿਤ ਕਿਵੇਂ ਜਿਹਾ ਜੰਗ ਹੋਇਆ। ਜਮਤੁੱਲਾ ਖੇਤੇ ਮਹਿਰਿਓ, ਮਹਾਰਾਜ ਜਮਤੁੱਲੇ ਦੀ ਲਾਸ਼ ਉੱਥੇ ਹੀ ਪਈ ਹੈ, ਲੈ ਕੇ ਗਏ ਨਹੀਂ ਪਹਾੜੀ, ਅਸੀਂ ਚੱਕਣ ਨਹੀਂ ਦਿੱਤੀ। ਮਹਾਰਾਜ ਉਹ ਦੌੜ ਗਏ ਨੇ ਤੁਹਾਡੀ ਕਿਰਪਾ ਨਾਲ। ਜਮਤੁੱਲਾ ਉੱਥੇ ਹੀ ਪਿਆ ਮਹਾਰਾਜ, ਉਹਦੀ ਲਾਸ਼ ਉੱਥੇ ਹੀ ਪਈ ਆ ਹਾਲੇ ਵੀ। ਲੋਥ ਹੇਤ ਓਰੜ ਗਨ ਪਰੇ, ਅੱਜ ਤਾਂ ਉਹਦੀ ਲੋਥ ਵਾਸਤੇ ਮਹਾਰਾਜ ਭਿਆਨਕ ਘਮਾਸਾਨ ਜੰਗ ਮਚਿਆ। ਲਏ ਨਿਸ਼ਾਨ ਮਾਨ ਸਿੰਘ ਖਰੇ, ਭਾਈ ਮਾਨ ਸਿੰਘ ਜੀ ਨਿਸ਼ਾਨ ਲੈ ਕੇ ਅੱਗੇ ਖਲੋ ਗਏ। ਜਿੱਥੇ ਖਲੋ ਗਏ ਉੱਥੋਂ ਅੱਗੇ ਦੁਸ਼ਮਣ ਨੂੰ ਵੱਧ ਕੇ ਨਹੀਂ ਆਉਣ ਦਿੱਤਾ। ਰਾਵਰ ਕੋ ਪ੍ਰਤਾਪ ਕਰ ਸਾਰੇ, ਮਹਾਰਾਜ ਤੁਹਾਡੇ ਪ੍ਰਤਾਪ ਨਾਲ, ਮੇਰੇ ਸਾਹਿਬ ਜੀ ਤੁਹਾਡੀ ਦਇਆ ਨਾਲ ਹੀ ਇਹ ਸਭ ਕੁਝ ਸੰਭਵ ਹੋਇਆ। ਨੇਰੇ ਟੁਕੇ ਨਾ ਜਬ ਬੋ ਮਾਰੇ, ਮਹਾਰਾਜ ਨੇੜੇ ਨਹੀਂ ਟੁਕ ਸਕੇ ਜਦੋਂ ਬਹੁਤ ਪਹਾੜੀਏ ਮਾਰੇ ਗਏ। ਗਏ ਹਾਰ ਹਟ ਗਏ ਪਿਛਾਰੀ, ਹਾਰ ਕੇ ਪਿੱਛੇ ਮੁੜ ਗਏ, ਹਟ ਗਏ ਮਹਾਰਾਜ ਜੀ ਪਹਾੜੀਏ। ਸਤਿਗੁਰ ਰਾਖੀ ਲਾਜ ਅਮਾਰੀ, ਮਹਾਰਾਜ ਤੁਸੀਂ ਕਿਰਪਾ ਕਰਕੇ ਸਾਡੀ ਲਾਜ ਰੱਖ ਲਈ। ਅਸੀਂ ਵੀ ਆਪਣਾ ਪ੍ਰਣ ਕਰ ਲਿਆ ਸੀ ਵੀ ਜਾਨ ਨਹੀਂ ਦੇਣੀ ਲੋਥ। ਸਾਡਾ ਪ੍ਰਣ ਮਹਾਰਾਜ ਤੁਸੀਂ ਪੂਰਿਆ ਕੀਤਾ, ਸਾਡੀ ਲਾਜ ਤੁਸੀਂ ਰੱਖੀ ਹੈ। ਬਿਕਸ ਕਹਿਓ ਪ੍ਰਭ ਕੀਨਸ ਭਲਾ, ਕਲਗੀਧਰ ਪਾਤਸ਼ਾਹ ਖੇੜੇ ਵਿੱਚ ਆ ਕੇ ਕਹਿੰਦੇ ਭਲਾ ਹੋਇਆ, ਚੰਗਾ ਜੰਗ ਲੜਿਆ ਬਹਾਦਰੋ ਯੋਧਿਓ। ਸੰਗਤ ਕੋ ਜਮਤੁੱਲਾ, ਇਹ ਜਮਤੁੱਲੇ ਨੇ ਗੁਰੂ ਕੀ ਸੰਗਤ ਨੂੰ ਬੜਾ ਦੁੱਖ ਦਿੱਤਾ ਸੀ। ਆਉਂਦੀ ਜਾਂਦੀ ਸੰਗਤ ਨੂੰ ਇਹ ਤੰਗ ਕਰਦਾ ਸੀ। ਤੁਸੀਂ ਇਸ ਪਾਪੀ ਨੂੰ ਜਮਪੁਰੀ ਭੇਜਿਆ ਹੈ। ਦੇਤ ਬਿਖਾਦ ਮਾਰ ਸੋ ਲੀਨਸ, ਇਹ ਸੰਗਤ ਨੂੰ ਤੰਗ ਕਰਦਾ ਸੀ, ਤੁਸੀਂ ਇਹਨੂੰ ਮਾਰਿਆ। ਤੁਹਾਡੇ ਤੇ ਗੁਰੂ ਦੀਆਂ ਖੁਸ਼ੀਆਂ ਹਨ।
ਚੌਂ ਦਿਸ਼ ਕੇ ਸਿੱਖ ਸੁਖੀਆ ਕੀਨਸ। ਚਾਰੇ ਪਾਸਿਆਂ ਦੇ ਸਿੱਖ ਸੁਖੀ ਕਰ ਦਿੱਤੇ ਨੇ। ਹੁਣ ਆਉਂਦੀ ਜਾਂਦੀ ਸੰਗਤ ਪਰੇਸ਼ਾਨ ਨਹੀਂ ਹੋਵੇਗੀ। ਕਰਿਓ ਖਾਲਸੇ ਕੋ ਸਨਮਾਨਾ। ਮਹਾਰਾਜ ਜੀ ਨੇ ਖਾਲਸੇ ਦਾ, ਸੂਰਮਿਆਂ ਦਾ, ਯੋਧਿਆਂ ਦਾ ਬੜਾ ਸਨਮਾਨ ਕੀਤਾ। ਜ਼ਖਮੀਆਂ ਨੂੰ ਆਪਣੇ ਹੱਥੀਂ ਸਾਲ ਪੱਤਰ ਦਿੱਤੇ। ਇਹ ਮਹਾਰਾਜ ਜੀ ਦੀ ਕਲਾ ਸੀ। ਜਿਹੜੇ ਜ਼ਖਮਾਂ ਨਾਲ ਕਰਾਉਂਦੇ ਸਨ, ਉਹਨਾਂ ਵੱਲ ਜਦੋਂ ਮੇਰੇ ਸਾਹਿਬ ਆਪਣੀ ਦ੍ਰਿਸ਼ਟੀ ਕਰਕੇ ਸਾਲ ਪੱਤਰ ਦਿੰਦੇ ਸੀ, ਪਾਤਸ਼ਾਹ ਦੇ ਵੇਖਣ ਦੀ ਦੇਰੀ ਹੁੰਦੀ ਸੀ, ਉਹਨਾਂ ਦੇ ਦਰਦ ਇੱਕਦਮ ਦੂਰ ਹੋ ਜਾਂਦੇ ਸਨ। ਰਾਤੋਂ ਰਾਤ ਕਹਿੰਦੇ ਜ਼ਖਮ ਠੀਕ ਹੋ ਜਾਣੇ। ਇਹੋ ਜੀ ਕਲਾ ਮਹਾਰਾਜ ਜੀ ਦੀ ਵਰਤਦੀ। ਕਰ ਕਰ ਖੁਸ਼ੀ ਆਨੰਦ ਨਿਧਾਨਾ। ਸਤਿਗੁਰੂ ਜੀ ਨੇ ਬੜੀਆਂ ਖੁਸ਼ੀਆਂ ਕੀਤੀਆਂ, ਆਨੰਦ ਬਖਸ਼ਿਆ ਖਾਲਸੇ ਨੂੰ। ਕੇਤਕ ਕਾਇਲ ਆਏ ਹਜ਼ੂਰ। ਕਈ ਕਾਇਲ ਜ਼ਖਮੀ ਮਹਾਰਾਜ ਜੀ ਦੀ ਹਜ਼ੂਰੀ ਵਿੱਚ ਆਏ। ਕੇਤਕ ਨਿਜ ਡੇਰਨ ਮੈਂ ਸੂਰ। ਕਈ ਸੂਰਮੇ ਆਪਣੇ ਡੇਰਿਆਂ ਵਿੱਚ, ਜਿੱਥੇ ਉਹਨਾਂ ਦੇ ਪੜਾਅ ਹਨ, ਉੱਥੇ ਨੇ। ਸਾਲ ਪੱਤਰ ਸਭ ਕੋ ਦਿਲਵਾਇਓ। ਸਾਰੇ ਜ਼ਖਮੀਆਂ ਨੂੰ ਮਹਾਰਾਜ ਜੀ ਨੇ ਆਪਣੇ ਹੱਥੀਂ ਸਾਲ ਪੱਤਰ ਬਖਸ਼ਿਆ। ਭਾਵ ਵਿਖਾਦ ਤੁਰਤ ਬਿਨਸਾਇਓ। ਕਹਿੰਦੇ ਜਿਹੜਾ ਦਰਦ ਸੀ ਉਹਨਾਂ ਦੇ ਜ਼ਖਮਾਂ ਦਾ ਤੁਰਤ ਫੁਰਤੀ ਮਹਾਰਾਜ ਜੀ ਨੇ ਮਿਟਾ ਦਿੱਤਾ। ਐਸਾ ਤਰਸ ਕੀਤਾ। ਔਰ ਹੋਤਲੇ ਬਨੇ ਸੁਚੇਤ। ਕਹਿੰਦੇ ਸਵੇਰ ਹੁੰਦਿਆਂ ਤੱਕ ਉਹ ਸਾਰੇ ਸੁਚੇਤ ਹੋ ਗਏ। ਲੜਨ ਯੋਗ ਜਿਹੜੇ ਰਾਤ ਉੱਠ ਨਹੀਂ ਸਨ ਸਕਦੇ, ਚੱਕ ਕੇ ਲਿਆਂਦੇ। ਅਗਲੇ ਦਿਨ ਸਵੇਰੇ ਆਪ ਹੀ ਕਮਰ ਕੱਸ ਕੇ ਤਿਆਰ ਹੋਏ, ਫਿਰ ਮਹਾਰਾਜ ਅੱਜ ਫੇਰ ਲੜਾਂਗੇ। ਹਥਿਆਰਨ ਗੈ ਆਹ ਹੇਤ। ਸ਼ਸਤਰ ਫੜ ਕੇ ਤਿਆਰ ਵਰਤਿਆ ਵੀ ਨਹੀਂ ਸਨ। ਕਲਗੀਧਰ ਜੀ ਦੇ ਬਖਸ਼ੇ ਸਾਲ ਪੱਤਰਾਂ ਨਾਲ ਸਵੇਰੇ ਉੱਠ ਕੇ ਪਹਿਲਾਂ ਸਾਰਿਆਂ ਤੋਂ ਜਿਹੜੇ ਰਾਜੀ ਸਨ, ਉਹਨਾਂ ਨਾਲੋਂ ਵੀ ਪਹਿਲਾਂ ਉੱਠ ਕੇ ਇਸ਼ਨਾਨ ਪਾਨ ਕਰਕੇ, ਦਮਾਲੇ ਚਲਾ ਕੇ, ਕਮਰ ਕੱਸੇ ਕਰਕੇ, ਗਾਤਰੇ ਸ਼੍ਰੀ ਸਾਹਿਬਾਂ ਪਾ ਕੇ, ਨੇਜੇ ਬਰਛੇ ਢਾਲਾਂ ਹੱਥਾਂ 'ਚ ਲੈ ਕੇ ਤਿਆਰ ਬਰ ਤਿਆਰ ਹੋ ਕੇ ਖੜੇ ਹਨ। ਬ੍ਰਿੰਦ ਮਸਾਲ ਜਵਲਤ ਗੋਰੇ ਆਗੇ। ਰਾਤ ਦਾ ਵੇਲਾ ਸੀ, ਇਸ ਕਰਕੇ ਕਹਿੰਦੇ ਮਸ਼ਾਲਾਂ ਸਾਰੇ ਪਾਸੇ ਬਲ ਰਹੀਆਂ ਨੇ। ਗੁਰ ਸਿੱਖ ਗੁਰ ਦਰਸ਼ਨ ਅਨੁਰਾਗੇ। ਸਤਿਗੁਰੂ ਜੀ ਦੇ ਸਿੱਖ ਮਹਾਰਾਜ ਜੀ ਦੇ ਦਰਸ਼ਨਾਂ ਦੇ ਅਨੁਰਾਗ ਵਿੱਚ ਭਿੱਜੇ ਹਨ। ਵਰਤੀ ਦੇਗ ਤੇ ਹਾਵਲ ਹੋਏ। ਆਉਦੇ ਸਿੰਘ ਜਿਹੜੇ ਸਾਰਾ ਦਿਨ ਲੜ ਕੇ ਆਏ, ਕੜਾਹ ਪ੍ਰਸ਼ਾਦ ਦੀਆਂ ਗਰਮ ਗਰਮ ਦੇਗਾਂ ਮਹਾਰਾਜ ਜੀ ਨੇ ਸਾਰਿਆਂ ਨੂੰ ਛਕਣ ਨੂੰ ਵੰਡੀਆਂ ਹਨ, ਦਿੱਤੀਆਂ ਹਨ। ਮਨ ਪਾਵਤ ਅਚ ਕਰ ਸਭ ਕੋਏ। ਕੜਾਹ ਪ੍ਰਸ਼ਾਦ ਦੀ ਦੇਗ ਮਨ ਭਾਉਂਦੀ ਸਿੰਘਾਂ ਨੇ ਖੁੱਲੇ ਗੱਫੇ ਛਕੇ ਹਨ। ਅਭਿਨੰਦਤ ਗੁਰ ਨੰਦਨ ਖਾਇਓ। ਸਤਿਗੁਰੂ ਜੀ ਦੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਨੇ ਵੀ ਚੰਗਾ ਖੁੱਲਾ ਗੱਫਾ ਕੜਾਹ ਪ੍ਰਸ਼ਾਦ ਦਾ ਛਕਿਆ। ਰਣ ਤੇ ਸ਼ਸਤਰਨ ਸਹਿਤ ਸੁਹਾਇਓ। ਜੰਗ ਦੇ ਮੈਦਾਨ 'ਚੋਂ ਆਏ ਨੇ ਬਾਬਾ ਅਜੀਤ ਸਿੰਘ ਜੀ, ਸ਼ਸਤਰਾਂ ਦੇ ਸਹਿਤ ਸੋਭਨੀਕ ਨੇ। ਉਹਦੇ ਸਿੰਘ ਤਬ ਤਿਸੇ ਪ੍ਰਸ਼ੰਸਾ। ਭਾਈ ਉਹਦੇ ਸਿੰਘ ਜੀ ਵੀ ਆ ਕੇ ਪ੍ਰਸ਼ੰਸਾ ਕਰਦੇ ਹਨ। ਰਣ ਮੈਂ ਗਾਡੇ ਸ਼ਤਰਨ ਧਵੰਸੈ। ਆਖਿਆ ਬਾਬਾ ਅਜੀਤ ਸਿੰਘ ਜੀ ਕਹਿੰਦੇ, ਮਹਾਰਾਜ ਭਾਈ ਉਹਦੇ ਸਿੰਘ ਨੇ ਜੰਗ ਦੇ ਮੈਦਾਨ 'ਚ ਦੁਸ਼ਮਣ ਦਾ ਨਾਸ਼ ਕੀਤਾ। ਭਾਈ ਉਹਦੇ ਸਿੰਘ ਕਹਿੰਦੇ, ਮਹਾਰਾਜ ਬਾਬਾ ਅਜੀਤ ਸਿੰਘ ਜੀ ਅੱਜ ਬੜੀ ਬਹਾਦਰੀ ਨਾਲ ਲੜੇ ਨੇ, ਸੈਂਕੜੇ ਦੁਸ਼ਮਣਾਂ ਦੇ ਦਲ ਦੇ ਸੂਰਮਿਆਂ ਨੂੰ ਮਾਰ ਮੁਕਾਇਆ। ਸਿੰਘ ਸਥਿਰੇ ਮੋਰਚੇ ਮਈਆ। ਏਦਾਂ ਸਿੰਘ ਆਪੋ ਆਪਣਿਆਂ ਮੋਰਚਿਆਂ ਵਿੱਚ ਮੋਰਚਾਬੰਦੀ ਕਰਕੇ ਟਿਕ ਗਏ। ਤਿਨ ਹਿਤ ਗਈ ਦੇਗ ਜਹ ਕਈਆ। ਜਿਹੜੇ ਨਹੀਂ ਸਨ ਆ ਸਕਦੇ, ਉਹਨਾਂ ਲਈ ਉਹਨਾਂ ਦੇ ਡੇਰੇ 'ਚ ਕੜਾਹ ਪ੍ਰਸ਼ਾਦ ਦੀ ਦੇਗ ਪਹੁੰਚ ਗਈ। ਨਿਜ ਥਲ ਠਾਡੇ ਗਾੜ ਰਹੀਏ। ਔਰ ਸਭ ਨੂੰ ਕਿਹਾ ਆਪੋ ਆਪਣੀ ਥਾਂ ਤੇ ਪੱਕੇ ਹੋ ਕੇ ਰਹਿਣਾ। ਸਤ ਨਾਮ ਜਪ ਰਿਪ ਦਿਸ਼ ਲਈ। ਔਰ ਸੱਚੇ ਨਾਮ ਦਾ ਜਾਪ ਜਪਦਿਆਂ ਦੁਸ਼ਮਣ ਦਾ ਖਿਆਲ ਰੱਖਣਾ, ਕਿਉਂਕਿ ਦੁਸ਼ਮਣ ਬੇਵਿਸ਼ਵਾਸਾ ਬੇਪ੍ਰਤੀਤਾ ਹੈ। ਉਹ ਰਾਤ ਨੂੰ ਵੀ ਹਮਲਾ ਕਰ ਸਕਦੇ ਨੇ, ਬੇਈਮਾਨ ਲੋਕ ਹਨ। ਇਮ ਸਤਿਗੁਰ ਸਭ ਸਿੰਘ ਸੰਭਾਰੇ। ਏਦਾਂ ਸਤਿਗੁਰਾਂ ਨੇ ਸਾਰੇ ਸਿੰਘਾਂ ਦੀ ਸੰਭਾਲ ਕੀਤੀ। ਬਾਜਾਂ ਵਾਲੇ ਪ੍ਰੀਤਮ ਜੀ ਨੇ ਮਾਰੇ ਜਿਤ ਕੇ ਆਛੇ ਸੰਸਕਾਰ। ਜਿਹੜੇ ਸ਼ਹੀਦ ਹੋਏ ਉਹਨਾਂ ਦਾ ਸੰਸਕਾਰ ਕੀਤਾ ਗਿਆ ਗੁਰਦੁਆਰਾ ਸ਼ਹੀਦੀ ਬਾਗ ਵਿਖੇ। ਪਰਮ ਗਤੀ ਕੋ ਪ੍ਰਾਪਤ ਕਰੇ। ਪਰਮ ਗਤੀ ਨੂੰ ਸਿੰਘ ਪ੍ਰਾਪਤ ਹੋਏ ਹਨ। ਪੁਰਿਤ ਸਮੁਖ ਜੰਗ ਪੁਨ ਮਰੇ। ਔਰ ਸਤਿਗੁਰੂ ਜੀ ਦੇ ਵਾਸਤੇ ਸਨਮੁਖ ਹੋ ਕੇ ਪੁਰਜਾ ਪੁਰਜਾ ਕੱਟ ਮਰਾ ਕਬਹੂ ਨਾ ਛਾੜਾ ਖੇਤ ਦੇ ਬਚਨਾਂ ਤੇ ਪਹਿਰਾ ਦਿੰਦਿਆਂ ਸ਼ਹੀਦ ਹੋਏ ਨੇ। ਉਹਨਾਂ ਸਮੂਹ ਸ਼ਹੀਦਾਂ ਨੂੰ ਕੋਟੀ ਕੋਟੀ ਪ੍ਰਣਾਮ।
ਇਸ ਤੇ ਪਰੇ ਲਾਭ ਕਿਆ ਇਹਦੇ ਆਏ। ਤੋਂ ਵੱਡਾ ਲਾਭ ਕੋਈ ਹੋ ਸਕਦਾ ਕਿ ਆਪਣਾ ਆਪਾ ਆਪਣੇ ਪਿਆਰੇ ਤੋਂ ਵਾਰ ਦੇਣਾ, ਕੁਰਬਾਨ ਕਰਕੇ ਰੱਖ ਦੇਣਾ। ਜੋ ਪਰ ਲੋਕ ਸੁਧਾਰਨ ਚਾਹੇ, ਜਿਹੜੇ ਜਿਹੜੇ ਪਰਲੋਕ ਸੁਧਾਰਨਾ ਚਾਹੁੰਦੇ ਹਨ, ਦਰਸ਼ਨ ਕਰ ਕਰ ਭੋਜਨ ਖਾਏ। ਉਹ ਸਤਿਗੁਰਾਂ ਦੇ ਦਰਸ਼ਨ ਕਰਕੇ ਭੋਜਨ ਛਕਦੇ ਹਨ। ਬੌਰ ਮੋਰਚੇ ਸਿੰਘ ਸਿਧਾਏ, ਏਦਾਂ ਸਿੰਘ ਆਪੋ ਆਪਣੇ ਮੋਰਚਿਆਂ 'ਚ ਚਲੇ ਗਏ। ਕਸੇ ਤੁਫੰਗਨ ਆਦੇ ਖਰੇ, ਵਾਰੀ ਵਾਰੀ ਆਰਾਮ ਕਰਦੇ ਨੇ, ਬੰਦੂਕਾਂ ਕੱਸ ਕੇ ਤਿਆਰ ਰੱਖੀਆਂ ਹੋਈਆਂ ਨੇ। ਆਦੇ ਨਿਸ ਆਰਾਮ ਕੋ ਕਰੇ, ਅੱਧਿਆਂ ਨੇ ਰਾਤ ਨੂੰ ਆਰਾਮ ਕੀਤਾ, ਜਦੋਂ ਉਹ ਸੌਂ ਹਟੇ ਫਿਰ ਦੂਜਿਆਂ ਦੀ ਵਾਰੀ ਆਈ ਆਰਾਮ ਕਰਨ ਦੀ। ਪਇਓ ਖੇਤ ਬਿਕਰਾਲ ਵਿਸਾਲਾ, ਜੰਗ ਦਾ ਮੈਦਾਨ, ਰਾਤ ਦਾ ਵੇਲਾ, ਭੱਕ ਭੱਕ ਦੀ ਆਵਾਜ਼ ਆਉਂਦੀ, ਮਸਾਨ ਬਣੇ ਹੋਏ ਨੇ, ਇਹਨੇ ਜੋ ਲਾਸ਼ਾਂ ਹੀ ਲਾਸ਼ਾਂ ਖਿੰਡੀਆਂ, ਘੋੜੇ ਮਰੇ ਪਏ ਨੇ। ਕਹਿੰਦੇ ਉੱਥੋਂ ਬੜਾ ਭਿਆਨਕ ਵਿਕਰਾਲ ਦ੍ਰਿਸ਼ ਹੈ, ਰਾਤ ਦਾ ਸਮਾਂ ਹੈ। ਕੂਕਤ ਮਿਲੇ ਬ੍ਰਿੰਦ ਸ਼ਿੰਗਰਾਲਾ, ਬਹੁਤ ਸਾਰੇ ਗਿੱਦੜ ਉਸ ਜੰਗ ਦੇ ਮੈਦਾਨ ਦੇ ਵਿੱਚ ਕੂਕਦੇ ਨੇ, ਮਾਸ ਖਾਂਦੇ ਹਨ। ਬਹੁਤੇ ਸਵਾਨ ਪੁਕਾਰਤ ਫਿਰੇ, ਬਹੁਤ ਸਾਰੇ ਕੁੱਤੇ ਜਿਹੜੇ ਨੇ ਉੱਚੀ ਉੱਚੀ ਕੂਕਦੇ, ਰੂੜਾਂ ਕੱਢਦੇ ਬੜੀਆਂ ਭਿਆਨਕ। ਸੂਰਨ ਆਮਿਕ ਭਖਨ ਕਰੇ, ਸੂਰਮਿਆਂ ਦਾ ਮਾਸ ਭਖਦੇ ਤੇ ਖਾਂਦੇ ਹਨ। ਪੂਤਨ ਪ੍ਰੇਤਨ ਪਾਏ ਤਮਾਰ, ਬਹੁਤ ਸਾਰੇ ਭੂਤ ਪ੍ਰੇਤ ਆ ਕੇ ਕਹਿੰਦੇ ਰਣ ਭੂਮੀ 'ਚ ਧਮਾਰ ਪਾ ਰਹੇ ਨੇ। ਗਾਵਤ ਨਾਚਤ ਮੁਦਤੀ ਉਧਾਰ, ਗਾਉਂਦੇ ਤੇ ਨੱਚਦੇ ਹਨ। ਸਿਰ ਕੇ ਬਾਰ ਖਿੰਡਾਏ ਕਰਾਲੇ, ਸਿਰ ਦੇ ਵਾਲ ਖੜਾ ਕੇ ਬੜਾ ਕਰਾਲ ਤੇ ਭਿਆਨਕ ਰੂਪ ਬਣਾਉਂਦੇ ਨੇ। ਮਿਲੀ ਜੋਗਨੀ ਸ਼ਬਦ ਉਠਾਲੇ, ਜੋਗਣੀਆਂ ਮਿਲ ਕੇ ਇਕੱਠੀਆਂ ਹੋ ਕੇ ਕਿਲਕਾਰੀਆਂ ਮਾਰਦੀਆਂ ਹਨ। ਸੰਧਿਆ ਸਮੇਂ ਲਏ ਗਨ ਸਾਰੇ, ਕਹਿੰਦੇ ਇਸ ਪ੍ਰਕਾਰ ਨਾਲ ਉਧਰ ਬਹੁਤ ਸਾਰੇ ਗਣ ਜਿਹੜੇ ਨੇ ਉਹ ਆ ਗਏ ਸ਼ਿਵ ਗਣ। ਵਿਚਰਤ ਪਦਰ ਰੁਦਰ ਹੋਏ ਭਾਰੇ, ਪਦਰ ਜਿਹੜਾ ਹੈ ਉਹ ਜੰਗ ਦੇ ਮੈਦਾਨ 'ਚ ਬੜਾ ਭਿਆਨਕ ਰੂਪ ਧਾਰਨ ਕਰਕੇ ਫਿਰ ਰਿਹਾ। ਇਹਨੂੰ ਭਿਆਨਕ ਰਸ ਤੇ ਬੇਬਤਸ ਰਸ ਵਰਣਨ ਕਰਨਾ ਕਹਿੰਦੇ ਹਨ। ਤੁਕ ਤੁਕ ਉਠੇ ਮਸਾਨ ਮਾਨੇ, ਜਦੋਂ ਜੰਗ ਦੇ ਮੈਦਾਨ 'ਚ ਲਾਸ਼ਾਂ ਖਿੰਡੀਆਂ ਹੁੰਦੀਆਂ ਨੇ ਨਾ, ਉੱਥੋਂ ਕਹਿੰਦੇ ਦਿਨੇ ਭਾਵੇਂ ਜੰਗ ਖਤਮ ਹੋ ਗਿਆ, ਰਾਤ ਨੂੰ ਨਹੀਂ ਹੋ ਰਿਹਾ, ਉਹਨਾਂ ਲਾਸ਼ਾਂ ਵਿੱਚੋਂ ਧੁੱਕ ਧੁੱਕ ਦੀ ਆਵਾਜ਼ ਆਉਂਦੀ, ਮਸ਼ਾਨਾਂ ਦੇ ਵਿੱਚੋਂ ਭੱਕ ਭੱਕ ਦੀ ਆਵਾਜ਼ ਆਉਂਦੀ ਹੈ। ਕਹਿੰਦੇ ਇਹੋ ਜਿਹਾ ਵਿਕਰਾਲ ਮਾਹੌਲ ਹੈ, ਕਾਇਰ ਵੇਖ ਕੇ ਤਾਂ ਡਰ ਕੇ ਹਾਰਟ ਅਟੈਕ ਨਾਲ ਹੀ ਮਰ ਜਾਏ। ਬੋਲਤ ਹੜ ਸੁਨੀਅਤ ਪੈ ਮਾਨੇ, ਹੜ ਹੜ ਦੀ ਆਵਾਜ਼ ਆਉਂਦੀ ਹੈ, ਉੱਥੋਂ ਡਰ ਆਉਂਦਾ ਹੈ ਕਾਇਰਾਂ ਦੇ ਦਿਲਾਂ ਵਿੱਚ। ਸ਼੍ਰੋਣਤ ਕੋ ਕਰ ਦਮ ਰਚ ਰਾਚਾ, ਖੂਨ ਦਾ ਕਹਿੰਦੇ ਚਿੱਕੜ ਬਣ ਗਿਆ ਹੈ ਰਣ ਭੂਮੀ ਅੰਦਰ। ਕਿਤ ਕਿਤ ਕਾਇਨ ਹਾਏ ਉਬਾਚਾ, ਕੁਝ ਜ਼ਖਮੀ ਵਿਚਾਰੇ ਜਿਹੜੇ ਨਜ਼ਰ ਵਿੱਚ ਰਾਤ ਨੂੰ ਪਹਿਲਾਂ ਦਿਨੇ ਇਸ ਕਰਕੇ ਛੱਡ ਕੇ ਵੀ ਮਰ ਗਏ ਨੇ, ਪਰ ਰਾਤ ਨੂੰ ਕਈਆਂ ਨੂੰ ਹੋਸ਼ ਆ ਗਈ ਪਿਆਂ ਨੂੰ ਜ਼ਖਮੀ, ਉਹ ਹਾਏ ਹਾਏ ਕਰਦੇ ਕਰਾਉਂਦੇ ਨੇ ਪਹਾੜੀਏ, ਪਰ ਕੋਈ ਨਹੀਂ ਪੁੱਛਣ ਵਾਲਾ। ਮਰੇ ਤੁਰੰਗਮ ਧਰਨੀ ਪਰੇ, ਬਹੁਤ ਸਾਰੇ ਘੋੜੇ ਮਰੇ ਪਏ ਰਣ ਭੂਮੀ ਅੰਦਰ। ਪਲ ਪੱਖੀ ਪਲ ਭਖਨ ਕਰੇ, ਔਰ ਮਾਸ ਖਾਣ ਵਾਲੇ ਮਾਸ ਖਾ ਰਹੇ ਨੇ। ਜੁਦੇ ਮੁੰਡ ਕਉ ਰੁੰਡ ਕਰਾਲੇ, ਕਹਿੰਦੇ ਸਿਰ ਖਿੰਡੇ ਹੋਏ ਕੁੱਤੇ ਉਹਨਾਂ ਸਿਰਾਂ ਦੇ ਨਾਲ ਕਹਿੰਦੇ ਮੂੰਹ 'ਚ ਪਾ ਕੇ ਨਾ ਉਹ ਚੁੱਕੀ ਫਿਰਦੇ ਆ। ਕਹਿੰਦੇ ਮੁੰਡੀਆਂ ਜਿਹੜੀਆਂ ਨੇ ਉਹ ਖਿਦਵਾਂ ਵਾਂਗੂ ਖਿੰਡ ਰਹੀਆਂ ਹਨ। ਖੜਗ ਸਮੇਤ ਹਾਥ ਕੱਟ ਡਾਲੇ, ਕਈਆਂ ਦੇ ਤਲਵਾਰਾਂ ਸਮੇਤ ਬਾਹਾਂ ਕੱਟੀਆਂ, ਤਲਵਾਰਾਂ ਨਹੀਂ ਛੁੱਟੀਆਂ ਹੱਥਾਂ 'ਚੋਂ, ਬਾਹਾਂ ਕੱਟੀਆਂ ਪਈਆਂ ਰਣ ਭੂਮੀ ਅੰਦਰ। ਕਹੂੰ ਚਰਨ ਕਹੂੰ ਜੰਗ ਕਟੇ, ਕਿਤੇ ਪੈਰ ਵੱਡੇ ਪਏ ਨੇ, ਕਿਤੇ ਪੱਟ ਤੋਂ ਲੱਤ ਕੱਟੀ ਪਈ ਹੈ, ਕਿਤ ਕਟਾਰ ਸਨ ਪੇਟ ਫਟੇ, ਕਿਤੇ ਢਿੱਡ ਪਾਟੇ ਨੇ, ਵਿੱਚੋਂ ਆਂਦਰਾਂ ਨਿਕਲੀਆਂ ਹੋਈਆਂ, ਬਾਹਰ ਖਿੰਡੀਆਂ ਹੋਈਆਂ ਨੇ। ਕੋਰ ਦਰਸ਼ਨਾ ਧਰਨੀ ਹੋਏ, ਸਾਰੀ ਧਰਤੀ ਘੋਰ ਦਰਸ਼ਨਾ ਹੋ ਰਹੀ, ਬੜਾ ਭਿਆਨਕ ਮੰਜ਼ਰ ਬਣਿਆ ਹੋਇਆ। ਦੇਖੀ ਜਾਏ ਨਾ ਕਾਇਰ ਜੋਏ, ਜਿਹੜਾ ਕਾਇਰ ਹੈ ਉਹਦੇ ਕੋਲੋਂ ਨਹੀਂ ਵੇਖ ਹੁੰਦੀ, ਉਹਦੇ ਕੋਲੋਂ ਨਹੀਂ ਤੱਕ ਹੁੰਦੀ। ਕਹਿੰਦੇ ਇਹੋ ਜਿਹੀ ਭਿਆਨਕ ਉੱਥੋਂ ਦਾ ਦ੍ਰਿਸ਼ ਬਣਿਆ ਹੋਇਆ। ਕਈਆਂ ਨੂੰ ਤਾਂ ਜੰਗ ਯੁੱਧ ਦੀ ਕਥਾ ਵੀ ਚੰਗੀ ਨਹੀਂ ਲੱਗਦੀ। ਉਹ ਕਹਿੰਦੇ ਜੰਗ ਯੁੱਧ ਦੀ ਕਥਾ ਜੀ ਸੁਣ ਕੇ ਮਨ ਜਾ ਡਰਦਾ ਹੈ। ਜਿਹੜੇ ਜੰਗ ਕਰਦੇ ਸਨ ਉਹ ਕਿਵੇਂ ਕਰਦੇ ਹੋਣਗੇ? ਸਾਡਾ ਤਾਂ ਮਨ ਡਰ ਜਾਂਦਾ, ਭੈ ਭੀਤ ਹੋ ਜਾਂਦਾ, ਉਹ ਕਿਵੇਂ ਲੜਦੇ ਹੋਣਗੇ ਜੰਗ? ਨਮਸਕਾਰ ਹੈ ਉਹਨਾਂ ਨੂੰ। ਇਸ ਕਰਕੇ ਭਾਈ ਬੜਾ ਭਿਆਨਕ ਮਾਹੌਲ ਜੰਗ ਦੇ ਮੈਦਾਨ ਦਾ ਬਣਿਆ ਹੋਇਆ। ਸਿੰਘ ਮੋਰਚੇ ਥੇਰੇ ਸੋ ਜਿੱਤੇ, ਵਾਹਿਗੁਰੂ ਜੀ ਕੀ
ਫਤਿਹ। ਸਿੰਘ ਮੋਰਚਿਆਂ ਵਿੱਚ ਬੈਠੇ ਨੇ, ਕਹਿੰਦੇ ਅੱਜ ਕਲਗੀਧਰ ਦੀ ਕਿਰਪਾ ਨਾਲ ਜਿੱਤੇ ਹਾਂ। ਨਾਲੇ ਆਪਣੇ ਮੁਖੋਂ ਗੱਜ ਗੱਜ ਕੇ ਬੁਲਾਉਂਦੇ ਨੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਰਜ ਗਰਜ ਕਰ ਦੂਰ ਸੁਣਾਵੇ, ਤੇ ਗੱਜ ਗੱਜ ਕੇ ਦੂਰ ਦੂਰ ਤੱਕ ਆਵਾਜ਼ ਸੁਣਾਉਂਦੇ ਵੀ ਜਾਗਦੇ ਰਹਿਣ ਦੂਜੇ ਪਾਸੇ। ਇੱਕ ਮੋਰਚੇ ਵਿੱਚ ਜਿਹੜੇ ਸਿੰਘ ਬੈਠੇ ਨੇ ਉਹ ਗੱਜ ਕੇ ਫਤਿਹ ਬੁਲਾਉਂਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਨਾਲ ਕੁਝ ਦੂਰੀ ਤੇ ਦੂਜੇ ਮੋਰਚੇ ਸਿੰਘਾਂ ਦੇ ਆਵਾਜ਼ ਪਹੁੰਚਦੀ ਹੈ, ਉਹ ਵੀ ਅੱਗੋਂ ਫਿਰ ਗੱਜ ਕੇ ਜਵਾਬ ਦਿੰਦੇ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ। ਏਦਾਂ ਮੋਰਚਿਆਂ ਦੇ ਵਿੱਚ ਇੱਕ ਦੂਜੇ ਨੂੰ ਸੁਚੇਤ ਕਰਨ ਲਈ ਫਤਿਹ ਗਜਾਉਂਦੇ ਹਨ। ਵਿਜੇ ਆਪਣੀ ਸਭਨ ਸੁਣਾਵੇ, ਔਰ ਆਪਣੀ ਜਿੱਤ ਸਾਰਿਆਂ ਨੂੰ ਸੁਣਾਉਂਦੇ ਨੇ, ਖੁਸ਼ੀਆਂ ਸਾਂਝੀਆਂ ਕਰ ਰਹੇ ਨੇ। ਇਸ ਬਿਦ ਬੀਤੀ ਖਾਲਸੇ ਮਾਈ, ਏਦਾਂ ਕਹਿੰਦੇ ਖਾਲਸੇ ਵਿੱਚ ਬੀਤੀ ਆਏ ਜੰਗ ਯੁੱਧ ਹੋਇਆ। ਮਰੇ ਸੋ ਮਰੇ ਸ਼ੋਕ ਕੁਛ ਨਾਈ, ਕਹਿੰਦੇ ਜਿਹੜੇ ਮਰ ਗਏ ਉਹਨਾਂ ਦਾ ਸ਼ੋਕ ਨਹੀਂ ਕੀਤਾ ਸਿੰਘਾਂ। ਉਹਨਾਂ ਆਖਿਆ ਉਹ ਤਾਂ ਆਪਣਾ ਆਪਾ ਕੁਰਬਾਨ ਕਰਕੇ ਗੁਰੂ ਸਾਹਿਬ ਤੋਂ ਆਪਣਾ ਜੀਵਨ ਸਫਲਾ ਕਰ ਗਏ ਨੇ। ਜਿਹੜੇ ਆਪਣਾ ਜੀਵਨ ਸਫਲਾ ਕਰ ਰਹੇ ਨੇ ਉਹ ਵੈਰਾਗ ਕਰਨ ਯੋਗ ਨਹੀਂ। ਰੋਣਾ ਤਾਂ ਸਾਖਤਾਂ ਨੂੰ ਚਾਹੀਦਾ ਹੈ, ਦੁਰਜਨਾਂ ਨੂੰ ਚਾਹੀਦਾ। ਉਹ ਤਾਂ ਆਪਣੀਆਂ ਜ਼ਿੰਦਗੀਆਂ ਸਫਲ ਕਰ ਗਏ ਹਨ। ਹੋਤ ਭੋਰ ਤਾਰੇ ਉਤਸ਼ਾਹ, ਦਿਨ ਚੜ ਗਿਆ ਉਤਸ਼ਾਹ ਕੀਤਾ ਸੂਰਮਿਆਂ ਨੇ। ਅਤੇ ਰੁਪਨ ਕੋ ਸੰਗਰ ਮਾਹਾ, ਔਰ ਰਣ ਭੂਮੀ ਵਿੱਚ ਲੜਨ ਵਾਸਤੇ ਤਿਆਰ ਹਨ। ਅਬ ਪਹਾੜੀਆਂ ਕੀ ਵੱਡ ਸੈਨਾ, ਉਧਰ ਹੁਣ ਪਹਾੜੀਆਂ, ਇਹ ਤਾਂ ਸਿੰਘਾਂ ਦਾ ਇੱਧਰ ਸੀ ਪ੍ਰਸੰਗ। ਉਧਰ ਹੁਣ ਪਹਾੜੀਏ ਜਿਹੜੇ ਵਾਪਸ ਭੱਜੇ ਨੇ ਉਹਨਾਂ ਦੀ ਵੀ ਸੁਣੋ ਖਾਲਸਾ ਜੀ। ਕਹੋ ਕਥਾ ਬੀਤੀ ਜਿਮ ਰਹਿਣਾ, ਜਿਵੇਂ ਉਹਨਾਂ ਨਾਲ ਬੀਤੀ ਆ ਰਾਤ ਨੂੰ ਉਹ ਵੀ ਹੁਣ ਸੁਣੋ। ਗਿਰਪਤ ਅਰ ਗਿਰ ਨਰ ਸਮੁਦਾਇਆ, ਕਿਵੇਂ ਪਹਾੜੀ ਰਾਜੇ ਤੇ ਪਹਾੜੀਏ ਇਕੱਠੇ ਹੋ ਕੇ ਸਲਾਹਾਂ ਕਰਦੇ ਨੇ ਰਾਤ ਨੂੰ। ਕਿਤਕ ਪ੍ਰਜਾ ਅਰ ਸੁਪਟ ਲਰਾਇਆ, ਕਹਿੰਦੇ ਕਿੰਨੀ ਪ੍ਰਜਾ ਲੜੀ ਆ ਸਾਡੀ, ਅੱਜ ਕਿੰਨੇ ਕੁ ਸੂਰਮੇ। ਵੇਖਦੇ ਨੇ ਗਿਣਤੀਆਂ ਮਿਣਤੀਆਂ ਕਰ ਕਰ ਵੇਖਦੇ ਅੱਜ ਕਿੰਨੇ ਕੁ ਮਰ ਗਏ ਸਾਡੇ ਬੰਦੇ। ਦੋਹਰਾ ਲਾਜ ਸ਼ੋਕ ਸਭ ਮੈਂ ਪਇਓ, ਚਿੰਤਾ ਹਿਰਦੇ ਉਪਾਏ। ਸ਼ਰਮ ਤੇ ਸ਼ੋਕ ਨਾਲ ਸਾਰਿਆਂ ਦੀਆਂ ਅੱਖਾਂ ਝੁਕੀਆਂ ਹੋਈਆਂ। ਚਿੰਤਾ ਹੈ ਹਿਰਦੇ ਵਿੱਚ, ਸ਼ੋਕ ਹਿਰਦੇ ਵਿੱਚ ਆ ਇਹਨਾਂ ਦੇ। ਸੁਨੋ ਵਾਰਤਾ ਤਿਨੋ ਕੀ, ਗਨ ਸ਼ਰੋਤਾ ਚਿਤ ਲਾਏ। ਐ ਸਰੋਤਾ ਜਨੋ ਧਿਆਨ ਨਾਲ ਹੁਣ ਇਹਨਾਂ ਪਹਾੜੀਆਂ ਦੀ ਕਥਾ ਵੀ ਸੁਣੋ। ਇਹ ਵੀ ਰਾਤ ਨੂੰ ਵਾਪਸ ਪਰਤੇ ਐ। ਬੰਦੇ ਗਿਣਦੇ ਨੇ ਆਪਣੇ ਕਿੰਨੇ ਕੁ ਮਰ ਗਏ ਨੇ। ਵੇਖਦੇ ਆ ਵੀ ਕੱਲ ਨੂੰ ਕੀ ਕਰਾਂਗੇ, ਹੁਣ ਕਿਵੇਂ ਲੜਾਂਗੇ, ਕਿਹਨੂੰ ਅੱਗੇ ਕਰਾਂਗੇ। ਤੋ ਇਸ ਪ੍ਰਕਾਰ ਨਾਲ ਜਿਵੇਂ ਇਹ ਆਪਣੀਆਂ ਵਿਚਾਰਾਂ ਕਰ ਰਹੇ ਨੇ ਪਹਾੜੀ, ਰਾਤੀ ਸਲਾਹਾਂ ਕਰ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਦਇਆ ਨਿਧ ਅੰਤਰਯਾਮੀ ਸਤਿਗੁਰੂ ਕਲਗੀਧਰ ਪਾਤਸ਼ਾਹ ਗੁਰੂ ਖਾਲਸੇ ਦਾ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ।